संत भिंडरां वालियां दा आभार किवें हुंदा है? संत भिंडरां वालियां दी पहली गिरफ्तारी कदों हुंदी है? वो पुलिस अफसर साडे नाल ने इकबाल सिंह लालपुरा जिन्हां ने पहली बार संत भिंडरां वालियां नूं गिरफ्तार कीता सी। पहली बार तुहाडी मुलाकात कदों हुंदी है संत भिंडरां वालियां नाल? 78 ਦਾ ਇੱਕ ਦੂਜੇ ਨੂੰ ਜਾਣਨਾ, ਇੱਕ ਦੂਜੇ ਨਾਲ ਮੁਲਾਕਾਤ ਤੇ ਨਿਰੰਕਾਰੀ ਕੇਸ ਦੀ ਇਨਵੈਸਟੀਗੇਸ਼ਨ ਵਿੱਚ ਉਹਦੀ ਪੈਰਵੀ ਕਰਨੀ, ਇਸ ਕਰਕੇ ਅਸੀਂ ਇੱਕ ਦੂਜੇ ਨੂੰ ਮਿਲਦੇ ਰਹੇ। ਸੰਤ ਕਿਹੋ ਜਿਹੇ ਬੰਦੇ ਸੀ, मतलब ਕਿਹੋ ਜਿਹਾ ਸ਼ਖਸੀਅਤ ਕਹੀ ਜੀ ਸੀ ਉਹਨਾਂ ਦੀ? ਸੰਤ ਇੱਕ ਸਾਧੂ ਸੀ ਜਿਹੜੇ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਸਭ ਕੁਝ ਕਰਨ ਨੂੰ ਤਿਆਰ ਸੀ, ਲੇਕਿਨ ਪੋਲੀਟੀਸ਼ੀਅਨਾਂ ਨੇ ਤੇ ਦੂਜੇ ਲੋਕਾਂ ਨੇ ਉਹਨਾਂ ਨੂੰ 20% ਯੂਜ਼ ਕੀਤਾ। ਕੀ ਮੰਨਦੇ ਹੋ ਕਿ ਜਦੋਂ ਅਰੈਸਟ ਹੁੰਦੀ ਹੈ ਪਹਿਲੀ 1981 ਤੁਸੀਂ ਫਸਟ ਅਰੈਸਟ ਕਰਦੇ ਹੋ? ਇੱਕੋ ਵਾਰੀ ਉਹ ਅਰੈਸਟ ਹੋਈ ਸੀ, ਉਹ ਹੋਈ ਸੀ 20 ਸਤੰਬਰ 1981। ਪਵਿੱਤਰ ਦਿਨ ਦੇ ਵਿੱਚ ਉੱਤੇ ਨਿਰੰਕਾਰੀ ਮਿਸ਼ਨ ਵੱਲੋਂ ਅੰਮ੍ਰਿਤਸਰ ਦੇ ਵਿੱਚ ਜਿਹੜਾ ਸਮਾਗਮ ਰੱਖਿਆ ਗਿਆ, ਉੱਥੇ 17 ਲੋਕ ਮਾਰੇ ਗਏ ਸੀ। ਉਹ ਸੰਤ ਜਰਨੈਲ ਸਿੰਘ ਹੋਰੀ ਉਦੋਂ ਤੱਕ ਤਾਂ ਹਮੇਸ਼ਾ ਇਹ ਚਾਹੁੰਦੇ ਸੀ ਕਿ ਇਨਸਾਫ ਮਿਲਣਾ ਚਾਹੀਦਾ ਔਰ ਮੁਲਜ਼ਮਾਂ ਨੂੰ ਸਜ਼ਾ ਮਿਲਣੀ ਚਾਹੀਦੀ। ਸਰਕਾਰ ਨੇ ਉਸ ਵੇਲੇ ਦੀ ਨੇ ਇਹ ਉਦਮ ਨਹੀਂ ਕੀਤਾ ਕਿ ਅਸੀਂ ਇਹਨੂੰ ਖਤਮ ਕਰੀਏ, ਬਲਕਿ ਗਿਆਨੀ ਜੈਲ ਸਿੰਘ ਜੀ ਦੇ ਤਾਂ ਜਿਹੜੇ ਸੀ ਨਾ ਚੀਫ ਸੈਕਟਰੀ ਹਰਦੇਵ ਸਿੰਘ ਛੀਨਾ, ਉਹ ਵੀ ਨਿਰੰਕਾਰੀ ਸੀ। ਜਿਹੜੇ ਡੀਸੀ ਗੁਰਦਾਸਪੁਰ ਸੀਗੇ ਸਰਦਾਰ ਨਰਿੰਜਨ ਸਿੰਘ, ਉਹ ਵੀ ਨਿਰੰਕਾਰੀ ਸੀਗੇ। ਤੁਹਾਨੂੰ ਲੱਗਦਾ ਮੁੱਢ ਵੱਜਦਾ ਗਾ ਜੇ ਨਿਰੰਕਾਰੀ ਕਾਂਡ ਨਾ ਹੁੰਦਾ, ਜੇ ਸਰਕਾਰਾਂ ਅਵੇਅਰ ਹੁੰਦੀਆਂ ਜਾਂ ਸਰਕਾਰਾਂ ਨਾ ਕਰਾਉਣਾ ਚਾਹੁੰਦੀਆਂ ਹੁੰਦੀਆਂ, ਔਰ ਜੇ ਨਿਰੰਕਾਰੀ ਕਾਂਡ 'ਚ ਜੇ ਹੋ ਵੀ ਗਿਆ ਸੀ ਇਨਸਾਫ ਮਿਲ ਜਾਂਦਾ? ਵਿਸਾਖੀ ਵਾਲੇ ਦਿਨ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨੇੜੇ ਜਾਂ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵਿੱਚ ਨਿਰੰਕਾਰੀ ਸਮਾਗਮ ਦੀ ਪਰਮਿਸ਼ਨ ਨਹੀਂ ਸੀ। ਜਦੋਂ ਤੋਂ ਨਿਰੰਕਾਰੀ ਕਾਂਡ ਹੋਇਆ, ਉਸ ਤੋਂ ਲੈ ਕੇ 1980 ਤੱਕ, ਜਦੋਂ ਤੱਕ ਉਹ ਮੁਕੱਦਮਾ ਬਰੀ ਨਹੀਂ ਹੋਇਆ, ਪੰਜਾਬ ਦੇ ਵਿੱਚ ਇੱਕ ਵੀ ਕਤਲ ਨਹੀਂ। ਉਸ ਤੋਂ ਬਾਅਦ ਲਾਲਾ ਜਗਤ ਨਾਰਾਇਣ ਜਿਹੜੇ ਹਿੰਦ ਸਮਾਚਾਰ ਦੇ ਚੀਫ ਐਡੀਟਰ ਸੀ, ਉਹਨਾਂ ਦਾ ਮਰਡਰ ਹੋਇਆ ਸੀ 9 ਸਤੰਬਰ 1981। ਅਸੀਂ ਸੰਤ ਜਰਨੈਲ ਸਿੰਘ ਨੂੰ ਮਹਿਤੇ ਚੌਕ ਤੋਂ ਲੈ ਕੇ ਬੱਸੀਆਂ ਰੈਸਟ ਹਾਊਸ ਲੁਧਿਆਣੇ ਲੈ ਕੇ ਗਏ ਸੀ, ਔਰ ਉੱਥੇ ਜਾ ਕੇ ਲੁਧਿਆਣਾ ਪੁਲਿਸ ਦੀ ਟੀਮ ਸੀਗੀ ਜਿਹੜੀ ਇਨਵੈਸਟੀਗੇਸ਼ਨ ਕਰਦੀ ਸੀ, ਉਹਨਾਂ ਦੇ ਹਵਾਲੇ। ਲੇਕਿਨ ਮੈਂ ਸਮਝਦਾ ਉਦੋਂ ਕਾਹਲੀ ਕੀਤੀ, ਨਹੀਂ ਅਰੈਸਟ ਹੋਣੀ ਚਾਹੀਦੀ ਸੀ, ਨਹੀਂ ਅਰੈਸਟ ਹੋਣੀ ਚਾਹੀਦੀ ਸੀ। ਸੱਚ ਕੀ ਹੈ ਲੋਕਾਂ ਨੂੰ ਪਤਾ ਹੋਣਾ ਚਾਹੀਦਾ, ਤੇ ਮੈਂ ਸਮਝਦਾ ਵੀ ਸਭ ਤੋਂ ਵੱਡੀ ਅੱਜ ਵੀ ਅਸੀਂ ਗਲਤੀਆਂ ਕਰਦੇ ਹਾਂ। ਤੁਸੀਂ ਡੇਰਿਆਂ 'ਚ ਜਾ ਕੇ ਵੋਟਾਂ ਮੰਗਦੇ ਹੋ, ਔਰ ਫਿਰ ਤੁਸੀਂ ਜਿਹੜੀ ਹੈ ਉਹਦੇ 'ਚੋਂ ਤੁਸੀਂ ਰਾਜਨੀਤੀ ਕਰਦੇ ਹੋ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਯਾਦਵਿੰਦਰ ਸਿੰਘ। ਜੂਨ ਮਹੀਨਾ ਚੱਲ ਰਿਹਾ ਤੇ ਅਸੀਂ 1984 ਦੇ ਚਸ਼ਮਦੀਦਾਂ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਾਂ। ਸੰਤ भिंडरां ਵਾਲਿਆਂ ਦਾ ਆਭਾਰ ਕਿਵੇਂ ਹੁੰਦਾ ਹੈ? ਸੰਤ भिंडरां ਵਾਲਿਆਂ ਦੀ ਪਹਿਲੀ ਗ੍ਰਿਫਤਾਰੀ ਕਦੋਂ ਹੁੰਦੀ ਹੈ ਔਰ ਕੌਣ ਉਹਨਾਂ ਨੂੰ ਗ੍ਰਿਫਤਾਰ ਕਰਦਾ ਹੈ? ਉਹ ਪੁਲਿਸ ਅਫਸਰ ਸਾਡੇ ਨਾਲ ਨੇ ਇਕਬਾਲ ਸਿੰਘ ਲਾਲਪੁਰਾ ਜਿਨ੍ਹਾਂ ਨੇ ਪਹਿਲੀ ਵਾਰ ਸੰਤ भिंडरां ਵਾਲਿਆਂ ਨੂੰ ਗ੍ਰਿਫਤਾਰ ਕੀਤਾ ਸੀ ਔਰ ਨਿਰੰਕਾਰੀ ਕਾਂਡ ਦੀ ਜਾਂਚ ਵੀ ਸਾਰੀ ਇਹ ਕਰ ਰਹੇ ਸੀ। ਤਾਂ ਅੰਮ੍ਰਿਤਸਰ 'ਚ ਲੰਮਾ ਸਮਾਂ ਰਹੇ ਨੇ, भिंडरां ਵਾਲਿਆਂ ਦੇ ਨਾਲ ਲਗਾਤਾਰ ਇਹਨਾਂ ਦਾ ਵਾਹ ਰਿਹਾ। ਗੱਲਬਾਤ ਉਹਨਾਂ ਨਾਲ ਸ਼ੁਰੂ ਕਰਦੇ ਹਾਂ। ਸਵਾਗਤ ਹੈ ਲਾਲਪੁਰਾ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਾਲਪੁਰਾ ਸਾਹਿਬ, ਸਭ ਤੋਂ ਪਹਿਲਾਂ ਮੈਂ ਪੁੱਛਣਾ ਚਾਹੂੰ, ਪਹਿਲੀ ਵਾਰ ਤੁਸੀਂ ਉੱਥੇ ਪੁਲਿਸ ਆਫੀਸਰ ਸੀਗੇ ਔਰ ਪਹਿਲੀ ਵਾਰ ਤੁਹਾਡੀ ਮੁਲਾਕਾਤ ਕਦੋਂ ਹੁੰਦੀ ਹੈ ਸੰਤ भिंडरां ਵਾਲਿਆਂ ਨਾਲ? ਮੈਂ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜੀ 1977 ਤੋਂ 1997 ਤੱਕ ਰਿਹਾ, ਤਕਰੀਬਨ 20 ਸਾਲ ਡਿਫਰੈਂਟ ਕਪੈਸਿਟੀ ਦੇ ਵਿੱਚ। ਅਤੇ 1978 ਦਾ ਜਿਹੜਾ ਨਿਰੰਕਾਰੀ ਕੇਸ ਦੀ ਇਨਵੈਸਟੀਗੇਸ਼ਨ ਹੋਈ ਸੀਗੀ, ਸਰ ਰਜਿੰਦਰ ਸਿੰਘ SP ਹੁੰਦੇ ਸੀਗੇ, ਹੁਣ ਤਾਂ ਵਿਚਾਰੇ ਸੰਸਾਰ 'ਚ ਨਹੀਂ ਰਹੇ, ਉਹ ਉਹਦੇ ਚੀਫ ਇਨਵੈਸਟੀਗੇਟਿੰਗ ਅਫਸਰ ਸੀ ਅਤੇ ਅਸੀਂ ਉਹਨਾਂ ਨੂੰ ਅਸਿਸਟ ਕਰਦੇ ਸੀ। ਉਦੋਂ ਸੰਤ ਜਰਨੈਲ ਸਿੰਘ ਸਾਡੇ ਮਦਈ ਸੀ, ਕੰਪਲੇਨੈਂਟ ਸੀਗੇ, ਨਾਲ ਭਾਈ ਅਮਰੀਕ ਸਿੰਘ ਹੋਰੀ, ਇਹ ਬਾਬਾ ਠਾਰਾ ਸਿੰਘ, ਉਹ ਤਕਰੀਬਨ ਸਾਡਾ ਉਦੋਂ ਦਾ 78 ਦਾ ਇੱਕ ਦੂਜੇ ਨੂੰ ਜਾਣਨਾ, ਇੱਕ ਦੂਜੇ ਨਾਲ ਮੁਲਾਕਾਤ ਅਤੇ ਨਿਰੰਕਾਰੀ ਕੇਸ ਦੀ ਇਨਵੈਸਟੀਗੇਸ਼ਨ ਵਿੱਚ ਉਹਦੀ ਪੈਰਵੀ ਕਰਨੀ, ਇਸ ਕਰਕੇ ਅਸੀਂ ਇੱਕ ਦੂਜੇ ਨੂੰ ਮਿਲਦੇ ਰਹੇ
ਔਰ ਇੱਕ ਦੂਜੇ ਦੇ ਉਦੋਂ ਤੋਂ ਵਾਕਿਫ ਸੀਗੇ। ਤਾਂ ਕੀ ਮੰਨਦੇ ਹੋ ਕਿ ਜਦੋਂ ਅਰੈਸਟ ਹੁੰਦੀ ਹੈ ਪਹਿਲੀ 1981 ਤੁਸੀਂ ਫਸਟ ਅਰੈਸਟ ਕਰਦੇ ਹੋ, ਉਹ ਕਿਸ ਇੱਕੋ ਤਰ੍ਹਾਂ ਅਰੈਸਟ ਹੋਈ ਹੋਈ ਸੀ? ਉਹਨਾਂ ਦੀ, ਜੀ ਇੱਕੋ ਵਾਰੀ ਉਹ ਅਰੈਸਟ ਹੋਈ ਸੀ। ਉਹ ਹੋਈ ਸੀ 20 ਸਤੰਬਰ 1981 ਨੂੰ। ਇਹਦੇ ਪਿੱਛੇ ਯਾਦਵਿੰਦਰ ਜੀ ਘਟਨਾਵਾਂ ਲੰਬੀਆਂ ਨੇ। ਸਨ 75 ਦੇ ਵਿੱਚ ਵੀ ਨਿਰੰਕਾਰੀਆਂ ਤੇ ਇਹ ਦੋਸ਼ ਲੱਗੇ ਸੀ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨੀਵੀਂ ਥਾਂ ਬਿਠਾ ਰੱਖ ਕੇ ਤੇ ਆਪ ਕੁਰਸੀ ਤੇ ਬਹਿ ਕੇ ਉਹਨਾਂ ਦਾ ਪ੍ਰਚਾਰ ਕਰਦੇ ਆ, ਆਪਣੇ ਧਰਮ ਦਾ, ਨਿਰੰਕਾਰੀ ਮਿਸ਼ਨ ਦਾ। ਇਸ ਗੱਲ ਦਾ ਇਤਰਾਜ਼ ਜਿਹੜੀਆਂ ਆਮ ਸਿੱਖ ਸੰਗਤ ਨੂੰ ਸੀ ਔਰ ਕਈ ਜਗ੍ਹਾ ਟਕਰਾਅ ਵੀ ਹੋਇਆ। ਸੰਤ ਕਰਤਾਰ ਸਿੰਘ ਜੀ ਨਾਲ ਵੀ ਟਕਰਾਅ ਹੋਇਆ, ਘੁਮਾਣ ਦੇ ਵਿੱਚ ਹੋਇਆ, ਪੱਟੀ ਦੇ ਵਿੱਚ ਹੋਇਆ। ਸੋ ਐਸੀਆਂ ਘਟਨਾਵਾਂ ਸੀ। 13 ਅਪ੍ਰੈਲ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਦੇ ਵਿੱਚ ਵੀ ਇਹ ਸੀ ਕਿ ਉਹ ਸਿੱਖਾਂ ਦੇ ਵਿੱਚ ਇਸ ਗੱਲ ਦਾ ਸੀਗਾ ਕਿ ਅੱਜ ਸਾਡਾ ਪਵਿੱਤਰ ਦਿਨ ਹੈ ਔਰ ਇਸ ਪਵਿੱਤਰ ਦਿਨ ਦੇ ਵਿੱਚ ਉੱਤੇ ਨਿਰੰਕਾਰੀ ਮਿਸ਼ਨ ਵੱਲੋਂ ਅੰਮ੍ਰਿਤਸਰ ਦੇ ਵਿੱਚ ਜਿਹੜਾ ਸਮਾਗਮ ਰੱਖਿਆ ਗਿਆ ਜਾਂ ਨਗਰ ਕੀਰਤਨ ਹੈ, ਇਹ ਨਹੀਂ ਹੋਣਾ ਚਾਹੀਦਾ। ਇਹਦਾ ਵਿਰੋਧ ਚੱਲ ਰਿਹਾ ਸੀਗਾ ਤੇ ਉਹ ਵਿਰੋਧ ਦਾ ਚੱਲਦਾ ਇਸ ਤਰ੍ਹਾਂ ਗਿਆ ਕਿ ਸੰਤ ਜਰਨੈਲ ਸਿੰਘ ਦਰਬਾਰ ਸਾਹਿਬ ਸੀ, ਉਹਨਾਂ ਨੇ ਦੇ ਨਾਲ ਮਿਲ ਕੇ ਉਦੋਂ ਅਖੰਡ ਕੀਰਤਨੀ ਜਥੇ ਦੇ ਸਿੰਘਾਂ ਨੇ ਕੋਸ਼ਿਸ਼ ਕੀਤੀ ਸੀ ਕਿ ਉਹ ਸਮਾਗਮ ਜਿਹੜਾ ਉਹਨੂੰ ਰੋਕਿਆ ਜਾਵੇ, ਪਰ ਉੱਥੇ 17 ਲੋਕ ਮਾਰੇ ਗਏ ਸੀ, ਜਿਨ੍ਹਾਂ 'ਚੋਂ 13 ਸਿੰਘ ਸੀਗੇ, 2 ਰਾਹਗੀਰ ਸੀਗੇ ਤੇ 2 ਬੰਦੇ ਨਿਰੰਕਾਰੀ ਮਿਸ਼ਨ ਵਾਲਿਆਂ ਦੇ ਸੀ। ਉਹਦੀ ਇਨਵੈਸਟੀਗੇਸ਼ਨ ਚੱਲਦੀ ਸੀ ਕਿ ਇਹਨਾਂ ਦਾ ਕਤਲ ਹੋਇਆ 13 ਸਿੰਘਾਂ ਦਾ, ਤੇ ਉਹ ਮੁਕੱਦਮਾ ਟਰਾਂਸਫਰ ਹੋ ਕੇ ਚਲਾ ਗਿਆ ਸੀ ਕਰਨਾਲ ਸੈਸ਼ਨ ਜੱਜ ਤੇ ਉੱਥੋਂ ਮੁਕੱਦਮਾ ਬਰੀ ਹੋ ਗਿਆ ਇੱਕ ਬੜੀ ਫਿਲਮਜ਼ੀ ਗਰਾਊਂਡ ਤੇ ਕਿ ਇੱਕ ਇੰਸਪੈਕਟਰ ਪੁਲਿਸ ਸੀਗੇ ਸਰ ਅਨੂਪ ਸਿੰਘ, ਉਹ ਆਪਣੀ ਗਵਾਹੀ ਤੋਂ ਮੁੱਕਰ ਗਏ ਸੀ ਜਾਂ ਉਹਨਾਂ ਨੇ ਕੁਝ ਐਸੀ ਗੱਲ ਕਹਿ ਦਿੱਤੀ ਸੀ ਜਿਹਦੇ ਨਾਲ ਕੇਸ ਖਰਾਬ ਹੋ ਗਿਆ। ਸੋ ਸੰਤ ਜਰਨੈਲ ਸਿੰਘ ਹੋਰੀ ਉਦੋਂ ਤੱਕ ਤਾਂ ਹਮੇਸ਼ਾ ਇਹ ਚਾਹੁੰਦੇ ਸੀ ਕਿ ਇਨਸਾਫ ਮਿਲਣਾ ਚਾਹੀਦਾ ਔਰ ਮੁਲਜ਼ਮਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ। ਤਾਂ ਉਹਦੀ ਫਿਰ ਉਸੇ ਕੇਸ ਤੁਸੀਂ ਉਸ ਕੇਸ 'ਚ ਅਰੈਸਟ ਕਰਦੇ ਹੋ ਜਾਂ ਹੋਰ ਕਿਸੇ ਕੇਸ? ਨਹੀਂ, ਉਸ ਕੇਸ 'ਚ ਅਰੈਸਟ ਨਹੀਂ ਹੋਈ। ਉਸ ਤੋਂ ਬਾਅਦ ਲਾਲਾ ਜਗਤ ਨਾਰਾਇਣ ਜਿਹੜੇ ਹਿੰਦ ਸਮਾਚਾਰ ਦੇ ਚੀਫ ਐਡੀਟਰ ਸੀ, ਉਹਨਾਂ ਦਾ ਮਰਡਰ ਹੋਇਆ ਸੀ 9 ਸਤੰਬਰ 1981 ਨੂੰ। ਇਹ ਲੁਧਿਆਣੇ ਸਦਰ ਪੁਲਿਸ ਸਟੇਸ਼ਨ 'ਚ ਹੋਇਆ ਸੀਗਾ। ਉਹਦੇ ਵਿੱਚ ਸਵਰਨ ਸਿੰਘ, ਨਛੱਤਰ ਸਿੰਘ ਵਗੈਰਾ ਮੁਲਜ਼ਮ ਸੀਗੇ। ਨਛੱਤਰ ਸਿੰਘ ਰੋਡੇ ਸੰਤਾਂ ਦੇ ਭਤੀਜੇ ਸੀ। ਸੰਤਾਂ ਦੇ ਭਤੀਜੇ ਸਵਰਨ ਸਿੰਘ ਸੀਗੇ, ਨਛੱਤਰ ਸਿੰਘ ਉਹਨਾਂ ਦੇ ਪਿੰਡ ਦੇ ਸੀ, ਭਤੀਜੇ ਹੋ ਗਏ ਜੇ ਪਿੰਡ ਦੇ ਸੀਗੇ। ਤੇ ਜਿਹੜਾ ਆ ਉਸ ਮੁਕੱਦਮੇ ਦੇ ਵਿੱਚ ਉਹਨਾਂ ਦੇ ਵਾਰੰਟ ਲੁਧਿਆਣਾ ਪੁਲਿਸ ਨੇ ਲਏ ਸੀ। ਮਿਸਟਰ DR ਭੱਟੀ SSP ਲੁਧਿਆਣਾ ਸੀਗੇ ਤੇ ਉਹਨਾਂ ਉਸ ਮੁਕੱਦਮੇ 'ਚ ਗ੍ਰਿਫਤਾਰੀ ਕਰਨ ਲਈ ਪਹਿਲਾਂ ਲੁਧਿਆਣਾ ਪੁਲਿਸ ਨੇ ਚੰਦੋ ਕਲਾਂ ਤੇ ਰੇਡ ਕੀਤਾ ਸੀ, ਪਿੰਡ 'ਚ ਜਿਹੜਾ ਹਰਿਆਣੇ ਦੇ ਵਿੱਚ ਹੈਗਾ, ਔਰ ਉੱਥੋਂ ਸੰਤ ਜਰਨੈਲ ਸਿੰਘ ਜਿਹੜੇ ਆ ਉਹ ਆ ਗਏ ਸੀ ਚੌਕ ਮਹਿਤਾ। 13 ਤਰੀਕ ਰਾਤ ਦੀ ਗੱਲ ਹੈ। ਉਦੋਂ ਫਿਰ ਮਹਿਤੇ ਚੌਕ ਦੇ ਵਿੱਚ ਕਿਉਂਕਿ ਮੇਰਾ ਏਰੀਆ ਆਫ ਰਿਸਪੌਂਸਿਬਿਲਟੀ ਸੀਗਾ ਤਾਂ ਉਹ ਫਿਰ ਜ਼ਿੰਮੇਵਾਰੀ ਸੀ ਸਾਡੀ, ਅਸੀਂ ਉਹਨਾਂ ਨਾਲ ਗੱਲਬਾਤ ਕਰੀਏ ਤੇ 13 ਨੂੰ ਵੀ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਸੀ ਗ੍ਰਿਫਤਾਰੀ ਦੀ। ਤੇ ਫੈਸਲਾ ਸਰਕਾਰ ਨੇ ਉਦੋਂ ਸਰ ਜਰਨੈਲ ਸਿੰਘ ਚਾਹਲ ਨੂੰ ਭੇਜਿਆ ਸੀ ਨੈਗੋਸ਼ੀਏਟ ਕਰਨ ਲਈ। ਬਾਅਦ ਦੇ ਵਿੱਚ ਸੰਤ ਜਰਨੈਲ ਸਿੰਘ ਗ੍ਰਿਫਤਾਰੀ ਤੋਂ ਕਦੇ ਭੱਜੇ ਨਹੀਂ ਸੀਗੇ, ਉਹ ਚਾਹੁੰਦੇ ਸੀ ਗ੍ਰਿਫਤਾਰੀ ਹੋ ਜਾਏ। ਤੇ ਪਹਿਲਾਂ ਜਿਹੜੀ ਸਭ ਤੋਂ ਪਹਿਲਾਂ ਇਨੀਸ਼ੀਅਲ ਉਹਨਾਂ ਨਾਲ ਗੱਲਬਾਤ ਹੋਈ ਸੀ ਉਹ ਮੇਰੀ ਸਰਦਾਰ ਸਿੰਘ ਬਾਜਵਾ, ਉਹ ਵੀ ਉੱਥੇ ਪੁਲਿਸ ਅਫਸਰ ਹੁੰਦੇ ਸੀਗੇ, ਤੇ ਸਰਦਾਰ ਦਰਸ਼ਨ ਸਿੰਘ ਇੱਕ ਪੁਲਿਸ ਅਫਸਰ ਸੀ, ਰਣਜੀਤ ਸਿੰਘ ਸੀ। ਅਸੀਂ 4-5 ਅਫਸਰ ਜਿਹੜੇ ਆ ਉਹਨਾਂ ਨੂੰ ਮਿਲੇ ਸੀਗੇ ਔਰ ਉਹ ਕਹਿੰਦੇ ਸੀ ਕਿ ਅਸੀਂ ਗ੍ਰਿਫਤਾਰੀ ਦੇਣ ਨੂੰ ਭਾਈ ਤਿਆਰ ਹਾਂ। ਤੇ ਉਹਨਾਂ ਕੋਲ ਉਦੋਂ ਵੈਪਨ ਵੀ ਕੋਈ ਨਹੀਂ ਸੀ ਤੇ ਪਰ ਗਵਰਨਮੈਂਟ ਚਾਹੁੰਦੀ ਸੀ, ਉਹਨਾਂ ਦਾ ਸਰਦਾਰ ਦਰਬਾਰਾ ਸਿੰਘ ਦੀ ਗਵਰਨਮੈਂਟ ਸੀ। 2 ਵਜੇ ਦੇ ਕਰੀਬ ਜਰਨੈਲ ਸਿੰਘ ਚਾਹਲ IPS ਅਫਸਰ ਸੀਗੇ, ਉਹਨਾਂ ਨੇ ਨੈਗੋਸ਼ੀਏਸ਼ਨ ਨੂੰ ਟੇਕ ਓਵਰ ਕਰ ਲਿਆ ਔਰ ਫੈਸਲਾ ਇਹ ਕੀਤਾ ਕਿ ਅੱਜ ਨਹੀਂ, 13 ਤਰੀਕ ਨੂੰ ਨਹੀਂ, 13 ਸਤੰਬਰ 1981 ਨੂੰ ਨਹੀਂ, ਅਸੀਂ 20 ਸਤੰਬਰ 1981 ਨੂੰ ਗ੍ਰਿਫਤਾਰੀ ਕਰਾਂਗੇ। ਸੋ ਇਹ ਗ੍ਰਿਫਤਾਰੀ ਫਿਰ 20 ਸਤੰਬਰ 1981 ਨੂੰ ਹੋਈ। ਉਸ ਵੇਲੇ ਮੈਂ, ਸੰਤ ਜਰਨੈਲ ਸਿੰਘ ਤੇ ਇੱਕ ਬਾਜ ਸਿੰਘ ਭੁੱਲਰ ਹੁੰਦੇ ਸੀ, ਅਸੀਂ 3 ਬੰਦੇ ਕਾਰ ਦੇ ਵਿੱਚ ਸੀ ਤੇ ਅਸੀਂ ਸੰਤ ਜਰਨੈਲ ਸਿੰਘ ਨੂੰ ਮਹਿਤੇ ਚੌਕ ਤੋਂ ਲੈ ਕੇ ਬੱਸੀਆਂ ਰੈਸਟ ਹਾਊਸ ਲੁਧਿਆਣੇ ਲੈ ਕੇ ਗਏ ਸੀ ਔਰ ਉੱਥੇ ਜਾ ਕੇ ਲੁਧਿਆਣਾ ਪੁਲਿਸ ਦੀ ਟੀਮ ਸੀਗੀ ਜਿਹੜੀ ਇਨਵੈਸਟੀਗੇਸ਼ਨ ਕਰਦੀ ਸੀ, ਉਹਨਾਂ ਦੇ ਹਵਾਲੇ ਕਰਦਾ ਸੀ। ਕੀ ਗੱਲਾਂ ਬਾਤਾਂ ਹੋਈਆਂ ਇਨਵੈਸਟੀਗੇਸ਼ਨ ਟੀਮ ਨੇ ਤੁਹਾਨੂੰ ਦੱਸਿਆ ਹੋਊ ਜਾਂ? ਦੇਖੋ, ਉਸ ਵੇਲੇ ਤਾਂ FIR ਸੀਗੀ। FIR ਦੇ ਵਿੱਚ ਕਿਉਂਕਿ ਉਸ ਵੇਲੇ ਜਿਸ ਬੰਦੇ ਦੇ ਕੋਲ ਵਾਰੰਟ ਹੈਗੇ ਆ
ਉਹ ਵਾਰੰਟ ਮੇਰੇ ਨਾਂ ਤੇ ਮਾਰਕ ਹੋਏ ਸੀ ਕਿ ਮੈਨੂੰ ਆਈ ਵਾਸ ਸਪੋਜ਼ਡ ਟੂ ਅਰੈਸਟ ਹਿਮ। ਸੋ ਉਹਨਾਂ ਦੀ ਕੰਪਲਾਈਂਸ ਕਰਕੇ ਅਸੀਂ ਉਹਨਾਂ ਨੂੰ ਅਰੈਸਟ ਕੀਤਾ ਸੀ। ਮੁਕੱਦਮੇ ਦਾ ਅਸਲ ਦੋਸ਼ੀ ਤਾਂ ਸਜ਼ਾ ਹੋ ਗਏ ਸੀਗੇ, ਲੇਕਿਨ ਮੈਂ ਸਮਝਦਾ ਉਦੋਂ ਕਾਹਲੀ ਕੀਤੀ ਗਈ। ਨਹੀਂ ਅਰੈਸਟ ਹੋਣੀ ਚਾਹੀਦੀ ਸੀ। ਨਹੀਂ ਅਰੈਸਟ ਹੋਣੀ ਚਾਹੀਦੀ ਸੀ। ਉਹਦਾ ਕਾਰਨ ਕੀ ਸੀ ਮੈਂ ਤੁਹਾਨੂੰ ਦੱਸਦਾ। ਉਹਦਾ ਕਾਰਨ ਇਹ ਸੀ, ਜੇ ਤੁਹਾਡੇ ਕੋਲ ਐਵੀਡੈਂਸ ਹੀ ਨਹੀਂ ਹੈਗੀ, ਤੁਸੀਂ ਕਾਹਲ ਕੀਤੀ ਗ੍ਰਿਫਤਾਰੀ ਕਰਨ ਨੂੰ। 9 ਤਰੀਕ ਨੂੰ ਤਾਂ ਪਰਚਾ ਦਰਜ ਹੋਇਆ, ਤੁਸੀਂ 12 ਤਰੀਕ ਦੀ ਰਾਤ ਨੂੰ ਚੰਦੋ ਕਲਾਂ 'ਚ ਜਾ ਕੇ ਬੱਸਾਂ ਨੂੰ ਵੀ ਅੱਗ ਲਾਤੀ। ਕੋਈ ਟਾਈਮ ਤਾਂ ਦਿਓ ਨਾ ਇਨਵੈਸਟੀਗੇਸ਼ਨ ਨੂੰ। ਫਿਰ ਤੁਸੀਂ ਵਾਰੰਟ ਲੈ ਲਏ। ਚਲੋ ਅਸੀਂ ਜਿਹੜਾ ਪੁਲਿਸ ਅਫਸਰ ਸਰਵਿਸ ਦੇ ਵਿੱਚ ਜੋ ਹੁਕਮ ਮਿਲਦਾ ਹੈ ਉਹਦੀ ਕੰਪਲਾਇੰਸ ਹੁੰਦੀ ਹੈ। ਫਿਰ ਤੁਸੀਂ 15 ਅਕਤੂਬਰ ਨੂੰ ਬਰੀ ਵੀ ਕਰਵਾ ਦਿੱਤਾ। ਜੇ ਤੁਹਾਡੇ ਕੋਲ ਐਵੀਡੈਂਸ ਸੀਗੀ, ਠੀਕ ਹੈ ਕਿ ਨਹੀਂ, ਤੇ ਫਿਰ ਉਹ ਮੁਕੱਦਮੇ ਤੋਂ ਬਰੀ ਕਿਵੇਂ ਹੋ ਗਏ? ਉਹਨਾਂ ਨੂੰ ਕਿਉਂ ਡਿਸਚਾਰਜ ਕਰਵਾਇਆ? ਤੇ ਜੇ ਤੁਹਾਡੇ ਕੋਲ ਐਵੀਡੈਂਸ ਹੀ ਹੈ ਨਹੀਂ ਸੀ ਤੇ ਅਰੈਸਟ ਕਰਨ ਦੀ ਕੋਈ ਲੋੜ ਨਹੀਂ ਸੀ। ਸੋ ਇਹ ਜਿਹੜੀਆਂ ਨਾ ਉਸ ਵੇਲੇ ਲਮਹੋਂ ਨੇ ਖਤਰਾ ਲੱਗਦਾ ਇੱਥੋਂ ਫਲੇਅਰ ਅਪ ਹੋਈਆਂ ਚੀਜ਼ਾਂ। ਹਾਂ, ਉਸੇ ਤੋਂ ਫਲੇਅਰ ਅਪ ਹੋਈਆਂ, ਕਿਉਂਕਿ ਉਦੋਂ ਵੀ ਅਸੀਂ ਇੱਕ ਜਿਹੜੀ ਆ ਨਾ, ਹੁਣ ਉਹ ਗੱਲਾਂ ਇਤਿਹਾਸ ਦਾ ਹਿੱਸਾ ਹੈ। ਜਾਂ ਤਾਂ ਆਮਣੇ ਸਾਹਮਣੇ ਅਫਸਰ ਬੈਠੇ ਹੋਣ ਤੇ ਗੱਲਾਂ ਦਾ ਫਿਰ ਮਜ਼ਾ ਆਉਂਦਾ ਵੀ ਗੱਲ ਕਰੀਏ, ਲੇਕਿਨ ਹੁਣ ਲੋਕ ਜਾਣਨਾ ਚਾਹੁੰਦੇ ਆ। ਉਦੋਂ ਵੀ ਅਸੀਂ ਕਿਹਾ ਸੀ ਕਿ ਤੁਸੀਂ ਇਹ ਕਾਹਲੀ ਨਾ ਕਰੋ, ਇਸ ਦਾ ਕੋਈ ਫਾਇਦਾ ਨਹੀਂ ਹੋਣਾ। ਜਦੋਂ ਲੋਕ ਇਕੱਠੇ ਹੁੰਦੇ ਆ, ਭਟਕ ਜਾਂਦੇ ਆ, ਔਰ ਭਟਕਾਵਟ ਦੇ ਵਿੱਚ ਆ ਕੇ ਕੋਈ ਬੰਦਾ ਵੀ ਗਲਤ ਕੰਮ ਕਰ ਸਕਦਾ। ਉਦੋਂ ਮੇਰੀ ਗੱਲ ਮੰਨੀ ਨਹੀਂ ਸੀ ਗਈ। ਰਾਦਰ ਮੈਨੂੰ ਉਸ ਵਾਸਤੇ ਉਹਨਾਂ ਨੇ, ਕਿਹੜੇ ਅਫਸਰ ਸੀ ਉਸ ਵੇਲੇ ਜਿਹੜੇ ਸਾਡੇ DIG ਸੀ, IG ਤਾਂ ਸੀ ਸਾਡੇ ਉਸ ਵੇਲੇ ਬੀਰਬਲ ਨਾਥ ਜੀ, 81 ਦੀ ਗੱਲ ਹੈ। ਤੇ ਲੇਕਿਨ ਉਦੋਂ ਉਹਨਾਂ ਨੇ ਸਾਰੇ ਜਿਹੜੇ ਹੋਰ ਵੀ ਸੀ, JS ਆਨੰਦ DIG ਸੀਗੇ, ਉਹਨਾਂ ਦੇ ਸੀਗਾ ਬੇਸਿਕਲੀ ਤਾਂ ਆਨੰਦ ਸਾਹਿਬ ਵੀ ਸੀ ਉਸ ਵੇਲੇ ਮੌਕੇ 'ਤੇ ਹਾਜ਼ਰ। ਉਹਨਾਂ ਨੇ ਉਹ ਗੱਲ ਮੰਨੀ ਨਹੀਂ, ਐਕਸੈਪਟ ਨਹੀਂ ਕੀਤੀ। ਗੱਲ ਇਹ ਸੀ ਸਿੰਪਲ ਕਿ ਤੁਸੀਂ ਕਾਹਲੀ ਨਾ ਕਰੋ। ਜੇ ਲੋਕ ਜੇ ਅਸੀਂ ਗ੍ਰਿਫਤਾਰੀ ਕਰਨੀ ਹੈ, ਫਿਰ ਇਟ ਸ਼ੁੱਡ ਬੀ ਰੂਟੀਨ ਦੇ। ਅੱਜ 13 ਤਰੀਕ ਹੈ, ਸੰਤ ਜਰਨੈਲ ਸਿੰਘ ਗ੍ਰਿਫਤਾਰੀ ਦੇਣ ਨੂੰ ਤਿਆਰ ਹੈ, ਤੇ ਤੁਸੀਂ 7 ਦਿਨ ਦਾ ਸਮਾਂ ਕਿਉਂ ਦੇ ਰਹੇ ਹੋ? ਇਹ ਪਹਿਲੀ ਵਾਰੀ ਹੋਇਆ ਹਿਸਟਰੀ ਦੇ ਵਿੱਚ ਕਿ ਵਾਰੰਟ ਵੀ ਲੈ ਲਏ ਤੇ ਗ੍ਰਿਫਤਾਰ ਕਰਨ ਨੂੰ 7 ਦਿਨ ਦਾ ਸਮਾਂ ਦਿੱਤਾ ਗਿਆ। 20 ਤਰੀਕ ਨੂੰ ਉੱਥੇ ਆ ਕੇ ਭਾਸ਼ਣਬਾਜ਼ੀ ਹੋਈ। ਉਸ ਭਾਸ਼ਣਬਾਜ਼ੀ ਤੋਂ ਲੋਕ ਭੜਕਾਟ 'ਚ ਆ ਗਏ। ਸੰਤੋਖ ਸਿੰਘ ਜਥੇਦਾਰ ਸੀ ਦਿੱਲੀ ਵਾਲੇ, ਉਹਨਾਂ ਦੇ ਭਾਸ਼ਣ ਤੋਂ ਫਿਰ ਉੱਥੇ ਗੋਲੀ ਚੱਲੀ। ਤਕਰੀਬਨ 12 ਲੋਕ ਪੁਲਿਸ ਦੀ ਗੋਲੀ ਨਾਲ ਉੱਥੇ ਮਾਰੇ ਗਏ ਸੀ, ਜਿਹਦੇ ਨਾਲ ਇਹ ਇੱਕ ਬੜਾ ਵੱਡਾ ਜਿਹੜਾ ਹੈ ਨਾ, ਇਹਨੂੰ ਉਹਦੇ 'ਤੇ ਫਿਰ ਪੱਤੜ ਕਮਿਸ਼ਨ ਵੀ ਬਣਿਆ, ਲੇਕਿਨ ਇਨਕੁਆਰੀ ਰਿਪੋਰਟ ਨੇ ਅਜੇ ਤੱਕ ਲਾਈਟ ਨਹੀਂ ਦੇਖੀ। ਇਹ ਗ੍ਰਿਫਤਾਰੀ ਸਮੇਂ ਉੱਥੇ ਗੋਲੀ ਗ੍ਰਿਫਤਾਰੀ ਸਮੇਂ ਚੱਲੀ ਸੀ। 12 ਲੋਕ ਮਾਰੇ ਗਏ ਸੀ। ਅਸੀਂ ਜਿਹੜੀ ਗ੍ਰਿਫਤਾਰੀ ਵਾਲੀ, ਮੈਂ ਸਰ ਜਰਨੈਲ ਸਿੰਘ ਚਾਹਲ ਤੇ ਬਾਜ ਸਿੰਘ ਭੁੱਲਰ, ਅਸੀਂ ਸੰਤਾਂ ਨੂੰ ਸੇਫਲੀ ਲੈ ਕੇ ਨਿਕਲ ਗਏ ਸੀ। ਜਿਉਂ ਸੰਤਾਂ ਦੀ ਗ੍ਰਿਫਤਾਰੀ ਹੁੰਦੀ ਹੈ, ਉਸ ਤੋਂ ਬਾਅਦ ਫਿਰ ਗੋਲੀ ਚੱਲਣੀ ਸ਼ੁਰੂ ਹੋ ਜਾਂਦੀ ਹੈ। ਉਹਦੇ 'ਚ ਅਸੀਂ ਹਲੇ ਗੱਗੜ ਭਾਣਾ ਪਿੰਡ ਆ ਨੇੜੇ ਹੀ, ਉੱਥੇ ਪਹੁੰਚੇ ਸੀ ਤੇ ਕਹਿਣ ਲੱਗੇ ਵੀ ਗੋਲੀ ਚੱਲ ਗਈ। ਪੁਲਿਸ ਦੇ ਟੈਂਟਾਂ ਨੂੰ ਅੱਗ ਲੱਗ ਗਈ। ਜਦੋਂ ਬਿਆਸ ਪੁਲ 'ਤੇ ਗਏ ਪਤਾ ਲੱਗਾ 6 ਮਰ ਗਏ। ਜਦੋਂ ਬੱਸੀਆਂ ਰੈਸਟ ਹਾਊਸ ਪਹੁੰਚੇ ਤੇ ਕਹਿੰਦੇ 12 ਮਰ ਗਏ, ਤੁਸੀਂ ਜਲਦੀ ਵਾਪਸ ਆਓ। ਸੋ ਉਸ ਵੇਲੇ ਇਹ ਕੋਈ ਜਿਵੇਂ ਸਮਝਦੇ ਆ ਕਿ ਸਿਆਣਪ ਨਾਲ ਕੰਮ, ਦੂਰਅੰਦੇਸ਼ੀ ਨਾਲ ਕੰਮ ਨਹੀਂ ਲਿਆ ਗਿਆ। ਆਲੇ ਦੁਆਲੇ ਲੀਡਰ ਬਹੁਤ ਸੀਗੇ, ਮੇਨ ਸਟ੍ਰੀਮ ਦੇ ਲੀਡਰ ਸੀ। ਤਾਂ ਸੰਤੋਖ ਸਿੰਘ ਜਥੇਦਾਰ, ਹੋਰ ਵੀ ਪੋਲੀਟੀਕਲ ਪਾਰਟੀਆਂ ਦੇ ਸੰਤ ਕਿਹੋ ਜਿਹੇ ਬੰਦੇ ਸੀ, ਮਤਲਬ ਕਿਹੋ ਜਿਹਾ ਸ਼ਖਸੀਅਤ ਕਹੀ ਜੀ ਸੀ ਉਹਨਾਂ ਦੀ? ਐਜ਼ ਏ ਪੁਲਿਸ ਅਫਸਰ, ਐਜ਼ ਏ ਸਿੱਖ, ਜੇ ਮੈਂ ਕਹਾਂ ਐਜ਼ ਏ ਪੰਜਾਬੀ ਸਿੱਖ ਪੁਲਿਸ ਆਫਿਸਰ, ਕਿਵੇਂ ਦੇਖਦੇ ਤੁਸੀਂ ਉਹਨਾਂ? ਦੇਖੋ, ਸੰਤਾਂ ਨੂੰ ਜੇ ਕਿਸੇ ਦੀ ਪਰਸਨੈਲਿਟੀ ਨੂੰ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ, ਜਿਵੇਂ ਅੱਜ ਹੁਣ ਲੋਕਾਂ ਨੇ ਜਿਹੜੇ ਨਹੀਂ ਵੀ ਮਿਲੇ, ਉਹ ਆਪਣੀ ਆਪਣੀ ਭਾਵਨਾ ਬਣਾਈ ਬੈਠੇ ਆ। ਸੰਤ ਇੱਕ ਸਾਧੂ ਸੀ ਜਿਹੜੇ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਸਭ ਕੁਝ ਕਰਨ ਨੂੰ ਤਿਆਰ ਸੀ। ਉਸ ਵੇਲੇ ਮੈਂ ਜੇ ਉਹਨਾਂ ਨੂੰ ਕੈਟਾਗਰਾਈਜ਼ ਕਰਨਾ ਹੋਵੇ ਕਿ 80% ਤਾਂ ਉਹ ਸੰਤ ਹੀ ਸੀਗੇ। ਜੇ ਸਾਰੇ ਹੀ ਉਹਨਾਂ ਦਾ ਓਵਰਆਲ ਦੇਖਿਆ ਜਾਵੇ ਨਾ, ਐਨਾਲਿਸਿਸ ਕੀਤਾ, ਸਾਧੂ ਸੀ, ਚਾਹੁੰਦੇ ਸੀ ਕਿ ਸਿੱਖੀ ਦਾ ਪ੍ਰਚਾਰ ਪ੍ਰਸਾਰ ਹੋਵੇ ਔਰ ਜਿਹੜਾ ਸਿੱਖ ਧਰਮ ਦੇ ਖਿਲਾਫ ਜੋ ਕੁਛ ਇਹ ਹੋ ਰਿਹਾ ਇਹਨੂੰ ਬੰਦ ਕੀਤਾ ਜਾਵੇ। ਜਦੋਂ ਤੋਂ ਨਿਰੰਕਾਰੀ ਕਾਂਡ ਹੋਇਆ, ਉਸ ਤੋਂ ਲੈ ਕੇ 1980 ਤੱਕ, ਜਦੋਂ ਤੱਕ ਉਹ ਮੁਕੱਦਮਾ ਬਰੀ ਨਹੀਂ ਹੋਇਆ, ਪੰਜਾਬ ਦੇ ਵਿੱਚ ਇੱਕ ਵੀ ਕਤਲ ਨਹੀਂ ਹੋਇਆ। ਯਾਨੀ ਜਿਹੜੀ ਬੇਇਨਸਾਫੀ ਹੋਈ, ਜਦੋਂ ਇਨਸਾਫ ਨਹੀਂ ਮਿਲਿਆ ਨਿਰੰਕਾਰੀ ਕਾਂਡ ਦਾ, ਉਹਦੇ ਤੋਂ ਬਾਅਦ ਸਾਰੀ ਗੱਲ, ਜੇ ਮੈਂ ਸਮਝਦਾ ਵੀ ਅਸੀਂ ਉਹਦੀ ਅਪੀਲ ਕਰ ਦਿੰਦੇ ਨਾ ਹਾਈ ਕੋਰਟ 'ਚ ਨਿਰੰਕਾਰੀ ਕਾਂਡ ਦੀ, ਤੇ ਉਦੋਂ ਫੇਰ ਵੀ ਕੁਝ ਨਹੀਂ ਸੀ ਹੁੰਦਾ। ਸੰਤ ਤਾਂ ਚਾਹੁੰਦੇ ਸੀ ਵੀ ਮੁਲਜ਼ਮਾਂ ਨੂੰ ਸਜ਼ਾ ਮਿਲੇ,
ਜਿਹੜਾ ਇਹ ਰਾਹ ਹੋਇਆ, ਜਿਹਨੂੰ ਅਸੀਂ ਅੱਤਵਾਦ ਕਹਿ ਦਿੰਦੇ ਆ, ਖਾੜਕੂਵਾਦ ਕਹਿ ਦਿੰਦੇ ਆ, ਕੁਛ ਨਾਮ ਕਈ ਦਿੰਦੇ ਆ, ਇਹਨਾਂ ਦੀ ਜਨਨੀ ਜਿਹੜੀ ਹੈ ਉਹ ਇਹ ਹੈ ਕਿ ਇਨਸਾਫ ਨਹੀਂ ਮਿਲਿਆ 1978 ਦੇ ਕੇਸ 'ਚ। ਉਸ ਤੋਂ ਪਹਿਲੇ ਵੀ ਜਿਹੜੇ ਕੇਸ ਸੀ ਉਹਨਾਂ ਦੀ ਵੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਪ੍ਰੋਪਰ ਨਹੀਂ ਹੋਈ। ਸਰਕਾਰ ਨੇ ਉਸ ਵੇਲੇ ਦੀ ਨੇ ਇਹ ਉਦਮ ਨਹੀਂ ਕੀਤਾ ਕਿ ਅਸੀਂ ਇਹਨੂੰ ਖਤਮ ਕਰੀਏ, ਬਲਕਿ ਗਿਆਨੀ ਜੈਲ ਸਿੰਘ ਜੀ ਦੇ ਤਾਂ ਜਿਹੜੇ ਸੀ ਨਾ ਚੀਫ ਸੈਕਟਰੀ ਹਰਦੇਵ ਸਿੰਘ ਛੀਨਾ, ਉਹ ਵੀ ਨਿਰੰਕਾਰੀ ਸੀ। ਜਿਹੜੇ ਡੀਸੀ ਗੁਰਦਾਸਪੁਰ ਸੀਗੇ ਸਰਦਾਰ ਨਰਿੰਜਨ ਸਿੰਘ, ਉਹ ਵੀ ਨਿਰੰਕਾਰੀ ਸੀਗੇ। ਉਹ ਜਿਹੜੀ ਸਮਾਗਮ ਵੀ ਹੋਇਆ ਨਾ ਅੰਮ੍ਰਿਤਸਰ ਦੇ ਵਿੱਚ 13 ਅਪ੍ਰੈਲ ਨੂੰ, ਉਹ ਵੀ ਬਿਊਰੋਕਰੇਸੀ ਦੇ ਵਿੱਚੋਂ ਬਹੁਤਾ ਉਹਨੂੰ ਉਤਸ਼ਾਹ ਦਿੱਤਾ ਗਿਆ। ਉਦੋਂ ਸਰਕਾਰ ਕਿਹਦੀ ਸੀ? ਸਰਕਾਰ 78 ਦੇ ਵਿੱਚ ਗਵਰਨਮੈਂਟ ਆ ਸੀ ਅਕਾਲੀ ਦਲ ਦੀ। ਪ੍ਰਕਾਸ਼ ਸਿੰਘ ਬਾਦਲ ਜੂਨ 1977 ਤੋਂ ਬਾਅਦ ਉਹ ਮੁੱਖ ਮੰਤਰੀ ਸੀ। ਲੇਕਿਨ ਜਿਹੜਾ ਉਸ ਤੋਂ ਪਹਿਲਾਂ ਨਿਰੰਕਾਰੀਆਂ ਦਾ ਵਿਵਾਦ ਸ਼ੁਰੂ ਹੋ ਚੁੱਕਾ ਸੀ, 7 ਸਿਤਾਰੇ ਬਣ ਗਏ, ਪੱਟੀ ਦੇ ਵਿੱਚ ਝਗੜਾ ਹੋਇਆ, ਇਹਨਾਂ ਨੂੰ 7 ਸਿਤਾਰਿਆਂ ਨੂੰ ਬੰਨ੍ਹ ਲਿਆ ਗਿਆ। ਇਹ ਉਦੋਂ ਸਾਰੀ ਇਹ ਕਾਂਗਰਸ ਗਵਰਨਮੈਂਟ ਸੀ ਤੇ ਇਹਦੇ ਲਈ ਜ਼ਿੰਮੇਵਾਰ ਸਿੱਧੇ ਤੋਂ ਸਿੱਧਾ ਗਿਆਨੀ ਜੀ ਸੀ, ਜਿਹੜੇ ਪਤਾ ਨਹੀਂ ਉਹਨਾਂ ਦੀ ਮੈਨੂੰ ਨਹੀਂ ਸਮਝਦੀ ਕਿ ਕੀ ਰਾਜਨੀਤੀ ਸੀ। ਉਹ ਸਿੱਖਾਂ ਦੇ ਵਿੱਚ ਫੁੱਟ ਪਾ ਕੇ, ਕਿਉਂਕਿ ਪਹਿਲਾਂ ਤਾਂ ਨਿਰੰਕਾਰੀ ਮਿਸ਼ਨ ਜਿਹੜਾ ਹੈ ਜਾਂ ਨਿਰੰਕਾਰੀ ਮੰਡਲ ਜਾਂ ਜਿਹੜੇ ਨਿਰੰਕਾਰੀ ਹੈ ਬਾਬਾ ਦਿਆਲ ਜੀ ਵਾਲੇ, ਉਹ ਸਿੱਖ ਧਰਮ ਦਾ ਹੀ ਹਿੱਸਾ ਸੀ ਤੇ ਇਹ ਬਾਅਦ ਦੇ ਵਿੱਚ ਸੈਪਰੇਟ ਹੋਏ ਹੈ। ਜਦੋਂ ਤੁਹਾਨੂੰ ਕੀ ਲੱਗਦਾ ਗਿਣੀ ਮਿੱਥੀ ਰਾਜਨੀਤੀ ਸੀ ਇਹ? ਰਾਜਨੀਤੀ ਦੀ ਖੇਡ ਗਲਤ ਸੀ, ਸਿੱਖਾਂ ਨੂੰ ਡਿਵਾਈਡ ਕਰਨ ਦੀ ਖੇਡ ਸੀ। ਜਿਹੜੇ ਅਸੀਂ ਸਿੱਖ ਧਰਮ ਨੂੰ ਪ੍ਰਚਾਰ ਪ੍ਰਸਾਰ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਾਰੇ ਹੀ ਇਸ਼ਟ ਮੰਨਦੇ ਆ ਤੇ ਉਹ ਇਸ਼ਟ ਨਹੀਂ ਸੀ ਮੰਨਦੇ। ਇਸ ਚੱਕਰ ਦੇ ਵਿੱਚ ਉੱਥੇ ਝਗੜਾ ਹੋਇਆ ਔਰ ਉਸ ਝਗੜੇ ਦੀ ਜੜ ਜਿਹੜੀ ਹੈ ਉਹਨੂੰ ਕਿਸੇ ਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ, ਲੜਾਈ ਪੈ ਗਈ ਔਰ ਸੰਤਾਂ ਨੂੰ ਜਿਹੜੀ ਹੈ। ਦੂਜੀ ਗੱਲ ਹੈ ਫਿਰ ਉਹ ਬਾਕੀ ਜਿਹੜੀ ਥੋੜ੍ਹੀ ਬਹੁਤੀ ਗੱਲ ਹੈ ਕਿ ਜਦੋਂ ਉੱਥੇ ਝਗੜਾ ਹੋ ਗਿਆ, ਉਸ ਦੇ ਹਾਲਾਤ ਨੂੰ ਫਿਰ ਸੰਤਾਂ ਦੇ ਨਾਲ ਉਸ ਵੇਲੇ ਉਮਰਾ ਨੰਗਲ ਸੀ 13 ਅਪ੍ਰੈਲ 1978 ਨੂੰ, ਜਥੇਦਾਰ ਜੀਵਨ ਸਿੰਘ ਉਮਰਾ ਨੰਗਲ, ਉਮਰਾ ਨੰਗਲ ਦੇ ਪਿਤਾ, ਉਹਦੇ ਦਾਦਾ ਜੀ ਪਰਮਰਾਜ ਦੇ ਦਾਦਾ ਜੀ ਪਰਮਰਾਜ ਦੇ ਦਾਦਾ ਜੀ ਰੈਵਨਿਊ ਮਿਨਿਸਟਰ ਸੀ। ਉਸ ਦਿਨ ਉਹ ਅੰਮ੍ਰਿਤਸਰ ਹਾਜ਼ਰ ਸੀ। ਸਭ ਤੋਂ ਪਹਿਲਾਂ ਕੰਪਲੇਂਟ ਜਿਹੜੀ ਸੰਤਾਂ ਨੇ ਕੀਤੀ ਉਹ ਉਮਰਾ ਨੰਗਲ ਨੂੰ ਕੀਤੀ, ਸਰਦਾਰ ਜੀਵਨ ਸਿੰਘ ਉਮਰਾ ਨੰਗਲ ਨੂੰ, ਕਿ ਤੁਸੀਂ ਇਹਨਾਂ ਨੂੰ ਨਿਰੰਕਾਰੀਆਂ ਦਾ ਬੰਦ ਕਰਾਓ। ਉਸ ਵੇਲੇ ਦੀ ਐਡਮਿਨਿਸਟ੍ਰੇਸ਼ਨ ਨੇ ਇਹ ਸੀਗਾ ਕਿ ਜਿਹੜਾ ਉਹਨਾਂ ਦਾ ਪ੍ਰੋਸੈਸ਼ਨ ਸੀ ਉਹ ਖਤਮ ਹੋ ਚੁੱਕਾ ਸੀ। ਪਹਿਲਾਂ ਤਾਂ ਇਹੀ ਸੀ ਪ੍ਰੋਸੈਸ਼ਨ ਬੰਦ ਕਰਾਓ। ਫਿਰ ਉਹ ਕਹਿਣ ਲੱਗੇ ਵੀ ਜਿੱਥੇ ਇਹਨਾਂ ਦਾ ਸਮਾਗਮ ਹੋ ਰਿਹਾ ਨਾ ਰੇਲਵੇ ਲਾਈਨ ਦੇ ਨੇੜੇ, ਬਲਾਕ ਦੇ ਨੇੜੇ, ਉਹ ਬੰਦ ਕਰਾਓ। ਇਹ ਦੁਬਾਰਾ ਬੰਦ ਕਰਾਉਣ ਉੱਥੇ ਗਏ ਆ। ਇੱਕ ਵਾਰੀ ਤਾਂ ਪੁਲਿਸ ਨੇ ਫੌਜਾ ਸਿੰਘ ਹੋਰਾਂ ਨੂੰ ਰੋਕ ਵੀ ਲਿਆ ਸੀ। ਸੋ ਉਸ ਜੀਵਨ ਸਿੰਘ ਗੋਲੀ ਚੱਲੀ ਉਦੋਂ ਤੁਸੀਂ ਕਿੱਥੇ ਸੀ? ਉਦੋਂ ਅਸੀਂ ਉੱਥੇ ਹੀ ਸੀਗੇ ਜੀ ਮੌਕੇ 'ਤੇ, ਜਦੋਂ ਗੋਲੀ ਚੱਲ ਰਹੀ, ਜਦੋਂ 78 'ਚ ਅਸੀਂ ਗੋਲੀ ਚੱਲੀ, ਮੇਰੀ ਵੀ ਡਿਊਟੀ ਸੀਗੀ ਉੱਥੇ। ਤੁਸੀਂ ਨਹੀਂ ਰੋਕਿਆ? ਨਹੀਂ, ਗੋਲੀ ਰੋਕਣ ਵਾਲੀ ਗੱਲ ਤਾਂ ਉਸ ਵੇਲੇ ਸਾਡੀ ਵੱਖ-ਵੱਖ ਜਗ੍ਹਾ ਤੇ ਡਿਊਟੀ ਸੀਗੀ। ਇਹ ਪੁਲਿਸ ਨੇ ਕਿਉਂ ਨਹੀਂ ਰੋਕਿਆ? ਮੈਂ ਕਹਿ ਰਿਹਾ ਕਿ ਆਰਡਰ ਸੀ ਉੱਪਰੋਂ ਕੋਈ? ਨਹੀਂ, ਪੁਲਿਸ ਨੂੰ ਕੋਈ ਆਰਡਰ ਨਹੀਂ ਸੀ। ਪੁਲਿਸ ਦੀ ਤਾਂ ਪੁਲਿਸ ਦੀ ਮੂਰਖਤਾ ਸੀ ਜਿਹਨੂੰ ਇਨਵੈਸਟੀਗੇਸ਼ਨ ਨਹੀਂ ਕੀਤੀ। ਉੱਥੇ ਤਾਂ ਸਰਦਾਰ ਅਨੂਪ ਸਿੰਘ ਸਿਟੀ ਇੰਸਪੈਕਟਰ ਸੀ, ਉਹਨੇ ਜਿਹੜੇ ਫੌਜਾ ਸਿੰਘ ਹੋਰਾਂ ਨੂੰ ਰੋਕ ਲਿਆ ਸੀ। ਝਗੜਾ ਹੋਣਾ ਹੀ ਨਹੀਂ ਸੀ। ਉਹ ਤਾਂ ਇੱਕ ਡੀਐਸਪੀ ਸੀ, ਓਡੀ ਜੋਸ਼ੀ, ਸਿਟੀ ਡੀਐਸਪੀ ਸੀਗਾ, ਤੇ ਉਹਨੇ ਕੀ ਕੀਤਾ, ਉਹਨਾਂ ਨੂੰ ਫੜਿਆ, ਨੂੰ ਥਾਣੇ ਬੈਠਿਆਂ ਨੂੰ ਛੁਡਾ ਕੇ ਭਜਾ ਦਿੱਤਾ। ਕਹਿੰਦੇ ਜਾਣਦੇ ਕੀ ਕਰ ਲੈਣਗੇ। ਉਹ ਫਿਰ ਕੁਤਵਾਲੀ ਤੋਂ ਅੱਗੇ ਗਏ, ਉਧਰੋਂ ਗੋਲੀ ਚੱਲ ਪਈ। ਪੁਲਿਸ ਵਾਸ ਕਾਟ ਅਨਅਵੇਅਰ, ਕਿਸੇ ਨੂੰ ਪਤਾ ਹੀ ਨਹੀਂ ਸੀ ਵੀ ਇਸ ਤਰ੍ਹਾਂ ਹੋ ਜਾਣਾ। ਉਹ ਜਦੋਂ ਗੋਲੀ ਚੱਲ ਗਈ ਤੇ ਉਹਦੇ ਚੋਂ ਫਿਰ ਜਿਹੜੀ ਇਹ ਕਤਲ ਹੋਏ। ਤਾਂ ਬਹੁਤ ਲੱਗਦਾ ਮੁੱਢ ਵੱਜਦਾਗਾ, ਜੇ ਨਿਰੰਕਾਰੀ ਕਾਂਡ ਨਾ ਹੁੰਦਾ, ਜੇ ਸਰਕਾਰਾਂ ਅਵੇਅਰ ਹੁੰਦੀਆਂ ਜਾਂ ਸਰਕਾਰਾਂ ਨਾ ਕਰਾਉਣਾ ਚਾਹੁੰਦੀਆਂ ਹੁੰਦੀਆਂ, ਔਰ ਜੇ ਨਿਰੰਕਾਰੀ ਕਾਂਡ 'ਚ ਜੇ ਹੋ ਵੀ ਗਿਆ ਸੀ, ਇਨਸਾਫ ਮਿਲ ਜਾਂਦਾ। ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਵਿਸਾਖੀ ਵਾਲੇ ਦਿਨ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨੇੜੇ ਜਾਂ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵਿੱਚ ਨਿਰੰਕਾਰੀ ਸਮਾਗਮ ਦੀ ਪਰਮਿਸ਼ਨ ਨਹੀਂ ਸੀ ਦੇਣੀ ਚਾਹੀਦੀ। ਪਰਮਿਸ਼ਨ ਕਿਹਨੇ ਦਿੱਤੀ? ਉਸ ਵੇਲੇ ਦੇ ਅਫਸਰਾਂ ਨੇ, ਡਿਪਟੀ ਕਮਿਸ਼ਨਰ ਨੇ, ਦੂਜਿਆਂ ਨੇ। ਲੇਕਿਨ ਉਹ ਕਿਉਂਕਿ ਜਿਹੜੇ ਐਸਐਸਪੀ ਸਾਹਿਬ ਸੀ ਉੱਥੇ ਗੁਰਬਚਨ ਜਗਤ ਜੀ, ਉਹ ਤਾਂ ਇੱਕ ਹਫ਼ਤਾ ਪਹਿਲਾਂ ਆਏ ਸੀਗੇ। ਸਮਾਗਮ ਜਿਹੜਾ ਹੈ ਇਹ ਤਾਂ ਮਹੀਨਾ 2-2 ਮਹੀਨੇ ਪਹਿਲਾਂ ਪਲਾਨ ਹੋ ਕੇ ਪਰਮਿਸ਼ਨਾਂ ਲਈਆਂ ਜਾਂਦੀਆਂ ਨੇ। ਔਰ ਉਹਦੇ 'ਚੋਂ ਵੱਡਾ ਰੋਲ ਡੀਸੀ ਗੁਰਦਾਸਪੁਰ ਦਾ ਸੀ, ਨਰਿੰਜਨ ਸਿੰਘ ਦਾ, ਜਿਹਨੇ ਨੇ ਉਹ ਪਰਮਿਸ਼ਨਾਂ ਵਗੈਰਾ ਡੀਸੀ ਤੋਂ ਲੈ ਕੇ, ਖੁਦ ਨਿਰੰਕਾਰੀ ਨੇ, ਜਿਹੜੇ ਖੁਦ ਨਿਰੰਕਾਰੀ ਸੀ।
ਸੋ ਇਹਨਾਂ ਚੀਜ਼ਾਂ ਕਰਕੇ ਜੇ ਪਹਿਲਾਂ ਤਾਂ ਸਮਾਗਮ ਹੀ ਨਾ ਹੁੰਦਾ ਫਿਰ ਤਾਂ ਰੌਲਾ ਹੀ ਨਾ ਉਹ ਪੈਂਦਾ। ਤਾਂ ਡੀਸੀ ਗੁਰਦਾਸਪੁਰ ਸੀ, ਪਰਮਿਸ਼ਨ ਅੰਮ੍ਰਿਤਸਰ ਹੋਈ। ਅੰਮ੍ਰਿਤਸਰ ਦੇ ਜਿਹੜੇ ਡੀਸੀ ਸੀ ਨਾ ਉਹ ਵੀ ਉਹਨਾਂ ਦੇ ਦੋਸਤ ਹੈ ਤੇ ਪਰਸਨਲ ਲੈਵਲ ਤੇ ਉਹ ਸੀਗੇ ਉੱਥੋਂ ਡੀਸੀ, ਹਿੰਦੂ ਜੈਂਟਲਮੈਨ ਹੀ ਸੀਗੇ ਉਹ ਵੀ, ਤੇ ਮੈਨੂੰ ਹੁਣ ਨਾਂ ਉਹਨਾਂ ਦਾ ਭੁੱਲ ਗਿਆ। ਅੱਛਾ, ਉਹਨਾਂ ਨੇ ਕਰਵਾਇਆ, ਚਲੋ ਨਾ। ਹਾਂਜੀ, ਉਹਨਾਂ ਨੇ ਪਰਮਿਸ਼ਨ ਦਵਾਈ, ਉਹਨਾਂ ਨੇ ਪਰਮਿਸ਼ਨ ਦਿੱਤੀ ਸੀਗੀ ਤਾਂ। ਹਾਂਜੀ, ਫਿਰ ਬਾਅਦ ਚ ਬਦਲ ਗਿਆ ਸੀ, ਉਹਨਾਂ ਦੀ ਜਗ੍ਹਾ ਫਿਰ ਜੈ ਸਿੰਘ ਗਿੱਲ ਆਏ ਸੀਗੇ। ਉਹਨਾਂ ਨੇ ਕਦੇ ਇਮੈਜਿਨ ਹੀ ਨਹੀਂ ਕੀਤਾ ਸੀ ਇਹ? ਨਾਨ ਸੀਰੀਅਸ ਅਪਰੋਚ। ਅਫਸਰਸ਼ਾਹੀ ਕਿਸੇ ਇੱਕ ਘਟਨਾ ਦੇ ਉੱਤੇ ਕਿ ਵੈਸੇ ਹੀ ਨਾਨ ਸੀਰੀਅਸ ਚੱਲਦਾ ਰਹਿੰਦਾ ਕੰਮ, ਤੁਸੀਂ ਤੇ ਅੰਦਰ ਰਹੇ ਹੋ? ਦੇਖੋ, ਮੈਂ ਇਸ ਤਰ੍ਹਾਂ ਹੈ ਵੀ ਜੇ ਤਾਂ ਬੰਦੇ ਨੂੰ ਪੜਤਾਲ ਕਰਕੇ ਦੇਖ ਕਰਕੇ ਕਰਦੇ ਤੇ ਇਹ ਫਿਰ ਝਗੜਾ, ਇਹ ਗੱਲ ਹੋਣੀ ਨਹੀਂ ਸੀ ਚਾਹੀਦੀ। ਜਾਂ ਕਿਸੇ ਦਾ ਪੋਲੀਟੀਕਲ ਇੰਟਰਸਟ ਵੀ ਸੀ? ਪੋਲੀਟੀਕਲ ਇੰਟਰਸਟ ਦਾ ਮੈਂ ਆਪ ਜੀ ਨੂੰ ਧਿਆਨ ਦਿਆਂਦਾ ਹੈ ਕਿ ਗਿਆਨੀ ਜੈਲ ਸਿੰਘ ਦਾ, ਗਿਆਨੀ ਜੈਲ ਸਿੰਘ ਹੋਰੀ ਉਸ ਵੇਲੇ ਜਿਹੜੇ ਆ ਨਾ ਉਹ 78 ਚ ਤਾਂ ਉਹ ਕੁਝ ਨਹੀਂ ਸੀਗੇ, ਜੋ ਐਮਐਲਏ ਵੀ ਨਹੀਂ ਸੀ, ਹਾਰ ਚੁੱਕੇ ਸੀ ਇਲੈਕਸ਼ਨ ਉਹਨੇ ਲੜਿਆ ਹੀ ਨਹੀਂ ਸੀ 70 ਤੋਂ ਬਾਅਦ। 80 ਦੇ ਵਿੱਚ ਉਹ ਜ਼ਰੂਰ ਐਮਐਲਏ ਐਮਪੀ ਬਣੇ, ਉਹ ਬਾਅਦ ਦੀਆਂ ਗੱਲਾਂ ਨੇ, ਔਰ ਉਹਨਾਂ ਦਾ ਹੀ ਪ੍ਰੈਸ਼ਰ ਸੀ ਕਿ ਇਹ ਅਪੀਲ ਸ਼ਾਇਦ ਨਾ ਹੋਵੇ, ਕਿਉਂਕਿ ਦਰਬਾਰਾ ਸਿੰਘ ਗਵਰਨਮੈਂਟ ਤਾਂ ਬਣਦੀ ਹੈ ਜੂਨ ਦੇ ਵਿੱਚ ਜਾ ਕੇ, ਤੇ ਇਹ ਜਨਵਰੀ ਦਾ ਵਿੱਚ ਬਰੀ ਹੁੰਦਾ ਹੈ, ਤੇ ਪਹਿਲੇ 6 ਮਹੀਨਿਆਂ ਦੇ ਵਿੱਚ ਤਾਂ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਸੀ ਮਹੀਨੇ ਕੁ ਲਈ, ਕਿਉਂਕਿ ਫਰਵਰੀ 18 ਨੂੰ ਇਹਨਾਂ ਦੀ ਸਰਕਾਰ ਡਿਸਮਿਸ ਹੋਈ ਆ, ਖੁਦ ਦਿਨਾਂ ਦਾ ਫਰਕ ਹੋਏਗਾ। ਤੇ ਉਸ ਤੋਂ ਬਾਅਦ ਫਿਰ ਕੇਂਦਰ ਦਾ ਰਾਜ ਸੀ, ਔਰ ਹੋਮ ਮਿਨਿਸਟਰ ਜਿਹੜੇ ਸੀ ਉਹ ਸੀ ਗਿਆਨੀ ਜੈਲ ਸਿੰਘ। ਤੇ ਜੇ ਉਹ ਉਦੋਂ ਪਰਮਿਸ਼ਨ ਜਿਹੜੀ ਹੈ ਨਾ ਇਹਨੂੰ ਕਰ ਦਿੰਦੇ, ਅਪੀਲ ਕਰ ਦਿੰਦੇ, ਤੇ ਫਿਰ ਅਗਲੀ ਲੜਾਈ ਨਹੀਂ ਸੀ ਹੋਣੀ। ਜੇ ਨਿਰੰਕਾਰੀਆਂ ਨੂੰ ਪਰਮਿਸ਼ਨ ਹੀ ਨਾ ਦਿੱਤੀ ਜਾਂਦੀ ਕਰਨ ਦੀ, ਜਾਂ ਜਿਵੇਂ ਉਮਰਾਂ ਨੰਗਲ ਜੀ ਨੂੰ ਜਿਨ੍ਹਾਂ ਦੇ ਨਾਲ ਝਗੜਾ ਹੋਇਆ, ਬਾਅਦ ਸੰਤਾਂ ਦਾ ਮਹਿਤੇ ਹੋ ਗਿਆ ਉਹਦੇ ਇਹ 78 ਦੇ ਵਿੱਚ ਹੀ, ਤੇ ਉਹ ਫਿਰ ਇਹ ਘਟਨਾਵਾਂ ਸੀ ਕਿ ਉਮਰਾ ਨੰਗਲ ਇੱਕ ਪਾਸੇ ਹੋ ਗਿਆ, ਅਕਾਲੀ ਦਲ ਦੇ ਨਾਲ ਸੰਤਾਂ ਦੀ ਦਸੰਬਰ 1978 ਤੱਕ ਟੁੱਟ ਗਈ ਸੀ। 79 ਦੀ ਜਿਹੜੀ ਇਲੈਕਸ਼ਨ ਹੋਈ ਹੈ ਫਿਰ SGPC ਦੀ, ਉਹ ਸਨ ਜਰਨੈਲ ਸਿੰਘ ਨੇ ਤੇ ਦੂਜੇ ਪਾਸੇ ਲੋਕਾਂ ਨੇ ਕੀਤੀ ਹੈ। ਜਿਹੜਾ ਆਪ ਦਾ ਮੁੱਖ ਮੁੱਦਾ ਸੀ ਧਾਰਮਿਕ ਹੋਣ ਤੋਂ ਬਾਅਦ ਫਿਰ ਉਹ ਸਿਆਸਤ ਵਾਲੇ ਪਾਸੇ, ਜਿਹੜੇ ਅਕਾਲੀ ਵਿਰੋਧੀ ਸੀ ਉਹਨਾਂ ਦੇ ਨੇੜੇ ਲੱਗ ਗਏ। SGPC ਇਲੈਕਸ਼ਨ ਦੇ ਵਿੱਚ ਵੀ 79 ਦੇ ਵਿੱਚ ਉਹਨਾਂ ਨੇ ਕਿਹਾ ਸੀ ਤੁਹਾਡੀ ਕਾਂਗਰਸ, ਜੇ ਸਾਫ਼ ਕਵਾਂ ਕਿਉਂਕਿ ਉਸ ਵੇਲੇ ਪਾਰਟੀਆਂ ਦੋ ਸੀ, ਕਾਂਗਰਸ ਨੇ ਕਿਹਾ ਸੀ ਤੁਹਾਡੀ ਮਦਦ ਕਰਦੇ ਆ। ਸੋ ਉਹ ਸੰਤ ਯਾਨੀ ਜੈਲ ਸਿੰਘ ਨੇ ਸਾਧ ਸੰਗਤ ਬੋਰਡ ਵੀ ਬਣਾਇਆ ਸੀ। ਉਹ ਸਾਧ ਸੰਗਤ ਬੋਰਡ ਪਹਿਲਾਂ ਬਣਿਆ ਸੀ। ਇਹ ਸੰਤ ਜਰਨੈਲ ਸਿੰਘ ਹੋਰਾਂ ਦੀ ਅਗਵਾਈ ਥੱਲੇ 140 ਸੀਟਾਂ SGPC ਦੀਆਂ 79 ਮਾਰਚ। ਹਾਂਜੀ, ਜਿੱਤੇ ਨਹੀਂ, ਜਿੱਤੇ 4 ਸੀਗੇ। ਅਕਾਲੀ ਦਲ 136 ਸੀਟਾਂ ਤੇ ਜਿੱਤਿਆ ਸੀ, ਜਿੱਥੇ ਅਕਾਲੀ ਦਲ ਦਾ ਤੇ ਸੰਤਾਂ ਦਾ ਪਾੜਾ ਪਹਿਲਾਂ ਹੀ ਪੈ ਚੁੱਕਾ ਸੀ। ਇਹ ਫਿਰ ਉਹ ਰਾਜਨੀਤੀ ਜਿਹੜੀ ਆ ਗਈ, ਉਹ ਫਿਰ ਮੈਂ ਸਮਝਦਾ ਇੱਕ ਸਾਧੂ ਤੇ ਰਾਜਨੀਤੀ 'ਚ ਹਲੇ ਤਾਈਂ ਤਾਂ ਕੋਈ ਕਾਮਯਾਬ ਨਹੀਂ ਹੋਇਆ। ਇਸੇ ਕਰਕੇ ਸੰਤ ਵੀ ਇਹ ਰਾਜਨੀਤੀ ਦੀਆਂ ਖੇਡਾਂ ਸਮਝ ਵੀ ਨਹੀਂ ਸਕੇ ਉਹ ਐਂਡ ਤੱਕ। ਮੈਨੂੰ ਨਹੀਂ ਲੱਗਦਾ। ਦਰਬਾਰ ਸਾਹਿਬ ਤੁਸੀਂ 1 ਤੋਂ 6 ਜੂਨ ਤੱਕ ਕਿੱਥੇ ਸੀ? ਮੈਂ ਅੰਮ੍ਰਿਤਸਰ ਪੋਸਟਰ ਸੀ ਜੀ, ਉੱਥੇ ਸੀਗੇ। ਤੁਸੀਂ ਉਦੋਂ ਦੇਖ ਰਹੇ ਸੀ 1 ਤੋਂ 6 ਜੂਨ ਤੱਕ ਕੀ? ਦੇਖੋ, ਅਸੀਂ ਇਸ ਤੋਂ ਪਹਿਲਾਂ ਵੀ ਦੇਖ ਰਹੇ ਸੀ। ਤੁਹਾਡੀ ਆਖਰੀ ਮੁਲਾਕਾਤ ਕਦੋਂ ਹੋਈ? ਮੇਰੀ ਆਖਰੀ ਮੁਲਾਕਾਤ ਜਿਹੜੀ ਹੈ ਨਾ ਜੀ ਸੰਤਾਂ ਨਾਲ, ਅਸੀਂ ਸਾਡੀ 18 ਜਾਂ 17 ਮਾਰਚ ਨੂੰ ਹੋਈ ਹੈ ਜੀ, ਜਾਂ ਮਾਰਚ ਜਾਂ ਅਪ੍ਰੈਲ, ਮੈਨੂੰ ਐਗਜ਼ੈਕਟਲੀ ਯਾਦ ਨਹੀਂ। ਉਸ ਦਿਨ ਉਹਦਾ ਮਰਡਰ ਹੋਇਆ ਸੀਗਾ, ਆਪਣੇ ਦਾ ਸੋਢੀ ਸੀਗਾ, ਆਪਸੀ ਲੜਾਈ ਕਰਕੇ ਉਹਦਾ ਮਰਡਰ ਹੋਇਆ ਸੀ। ਉਹ ਤਾਂ ਇੱਕ ਦਿਨ ਪਹਿਲਾਂ ਦੀ ਗੱਲ ਹੈ, ਮੇਰੇ ਖਿਆਲ 18 ਅਪ੍ਰੈਲ ਹੋਏਗਾ, ਜਾਂ ਉਹ ਮੈਂ ਲਾਸਟ ਟਾਈਮ ਉਹਨਾਂ ਨੂੰ ਉੱਥੇ ਮਿਲਿਆ ਸੀ। ਤੇ ਇਹ ਗੱਲ ਸਾਡੇ ਨਾਲ ਉਹਨਾਂ ਦੇ ਆਖਿਰ ਤੱਕ ਚੰਗੇ ਸੰਬੰਧ ਰਹੇ। ਗੱਲ ਇਹ ਸੀਗੀ ਕਿ ਫਿਰ ਰਾਜਨੀਤਿਕ ਪੈ ਗਿਆ, ਧਰਮ ਯੁੱਧ ਮੋਰਚਾ ਜਿਹੜਾ ਹੈ ਉਹ ਤੁਸੀਂ ਦੇਖੋ ਨਾ ਵੀ ਅਕਾਲੀਆਂ ਨੇ ਉਹਦੇ ਸ਼ਾਮਲ ਹੋ ਗਏ। ਜੋ ਸੰਤ ਜਰਨੈਲ ਸਿੰਘ ਜੀ ਨੇ ਜਿਹੜਾ ਮੋਰਚਾ ਲਾਇਆ ਸੀ ਉਹ ਤਾਂ 83 ਦੇ ਵਿੱਚ ਸਰ ਹੋ ਗਿਆ ਸੀ, ਜਿੱਤਿਆ ਗਿਆ ਸੀ। ਉਹ ਮੋਰਚਾ ਕੀ ਸੀ? ਉਹ ਚਾਹੁੰਦੇ ਸੀ ਕਿ ਭਾਈ ਅਮਰੀਕ ਸਿੰਘ ਤੇ 18 ਸਿੰਘ ਨੂੰ ਜਿਹੜਾ ਰਿਹਾ ਕੀਤਾ ਜਾਵੇ। ਉਹ ਦੋਵੇਂ 83 ਦੇ ਵਿੱਚ ਬਰੀ ਹੋ ਕੇ ਮੋਰਚੇ ਚਲੇ ਗਏ। ਹੁਣ ਜਿਹੜਾ ਮੋਰਚਾ ਅਕਾਲੀਆਂ ਨੇ ਜੁਆਇਨ ਕਰਾਇਆ ਸੀਗਾ, 19 ਜੁਲਾਈ ਨੂੰ ਲੱਗਾ ਮੋਰਚਾ ਪਹਿਲਾਂ, ਜਿਹੜਾ ਕਪੂਰੀ ਤੋਂ ਉੱਠ ਕੇ ਇੱਥੇ ਆ ਗਿਆ, ਉਹ ਜਿਹੜੇ 4 ਅਗਸਤ ਨੂੰ ਮੁੱਠ ਕੇ ਆਏ ਨਾ, ਉਹ ਇਹਨਾਂ ਨੇ ਫਿਰ ਆ ਕੇ ਇਹਨੂੰ ਧਰਮ ਯੁੱਧ ਮੋਰਚਾ ਬਣਾ ਦਿੱਤਾ। ਫਿਰ ਉਹ ਇੱਕ ਦੂਜੇ ਨਾਲ, ਫਿਰ ਉਹ ਬੜੀਆਂ ਹੋਰ ਘਟਨਾਵਾਂ ਨੇ, ਜਿਹੜਾ ਇਤਿਹਾਸ ਜਿਹੜਾ ਨਾ ਉਹ ਇਹ ਹੈ। ਫਿਰ ਆਪਸ ਵਿੱਚ ਤੁਹਾਨੂੰ ਕੀ ਲੱਗਦਾ ਹੈ ਉਹਨਾਂ ਦੀ ਮਤਲਬ ਆਪਾਂ ਇੱਕ ਤਰ੍ਹਾਂ ਦੀ ਜਿਹੜਾ ਰਾਜਨੀਤੀਵਾਨਾਂ ਨੂੰ ਨਾ ਸਮਝ ਸਕਣਾ, ਜਾਂ ਰਾਜਨੀਤੀ ਦੀ ਉਸ ਗੱਲ ਨੂੰ ਨਾ ਸਮਝਣਾ ਜਿਹਦੇ 'ਚ ਇਹ ਸਾਰੀਆਂ ਘਟਨਾਵਾਂ ਐਂਡ 'ਚ ਇਸ ਰੂਪ 'ਚ ਵਾਪਰੀਆਂ? ਦੇਖੋ, ਰਾਜਨੀਤਿਕ ਬੰਦੇ ਜਿਹੜੇ ਆ ਨਾ ਇਹਦੇ ਲਈ ਸਿੱਧੇ ਜ਼ਿੰਮੇਵਾਰ ਹੈ, ਸਿੱਧੇ ਜ਼ਿੰਮੇਵਾਰ ਹੈ। ਸਾਰੇ ਬੰਦੇ ਆਪੋ ਆਪਣਾ ਫਾਇਦਾ ਲੈਣਾ ਚਾਹੁੰਦੇ ਸੀ। ਹਰ ਬੰਦੇ ਨੇ ਆਪਣੀ ਤਰ੍ਹਾਂ ਨਾਲ ਰਾਜਨੀਤੀ ਕੀਤੀ ਹੈ,
ਤੇ ਧਰਮ ਦੇ ਵਿੱਚ ਬੇਲੋੜੀ ਦਖਲਅੰਦਾਜ਼ੀ ਕੀਤੀ ਹੈ ਤੇ ਸੰਤਾਂ ਦੀ ਐਕਸਪਲੋਇਟੇਸ਼ਨ ਹੋਈ ਆ। ਅਖੀਰ ਦੇ ਵਿੱਚ ਤਾਂ ਆ ਕੇ ਇਹ ਹੈ ਕਿ ਜਿਹੜੀ ਹੁਣ ਲੋਕੀ ਗੱਲਾਂ ਕਰਦੇ ਵੀ ਸੱਚੀਆਂ ਹੀ ਨੇ ਕਿ ਪਾਕਿਸਤਾਨ ਵਾਲੇ ਵੀ ਵਿੱਚ ਆ ਕੇ ਇਨਵੋਲਵ ਹੋ ਗਏ, ਵੈਪਨ ਆਣੇ ਸ਼ੁਰੂ ਹੋ ਗਏ, ਜਿਹੜਾ ਕ੍ਰਾਈਮ ਵੱਧ ਗਿਆ। ਇਹ ਸਾਰਾ ਕੁਝ ਹੋਇਆ ਉੱਥੇ, ਇਹ ਕੋਈ ਲੋਕਾਂ ਨੇ ਨਹੀਂ। ਦਰਬਾਰ ਸਾਹਿਬ ਦੇ ਅੰਦਰ ਕਤਲ ਹੁੰਦੇ ਰਹੇ, ਘਟਨਾਵਾਂ ਵਿਗੜਦੀਆਂ ਗਈਆਂ। ਅਟਵਾਲ ਸਾਹਿਬ DIG ਦਾ ਮਰਡਰ ਹੋਇਆ ਅਪ੍ਰੈਲ 1982 ਦੇ ਵਿੱਚ, 83 ਦੇ ਵਿੱਚ। ਕੰਪਲੈਕਸ ਦੇ ਬਾਹਰ ਹੋਇਆ ਜਾਂ ਅੰਦਰ ਹੋਇਆ ਸੀ? ਨਹੀਂ, ਅੰਦਰੋਂ ਆ ਕੇ ਬਿਲਕੁਲ ਗੇਟ ਦੇ ਉੱਤੇ ਹੋਇਆ, ਉਹਨਾਂ ਦਾ ਮਰਡਰ ਹੋਇਆ ਉੱਥੇ। ਸੋ ਇਹਦਾ ਦੇਖੋ, ਇਹ ਫਿਰ ਤਾਂ ਬਹੁਤ ਜ਼ਿਆਦਾ ਵੱਧ ਗਿਆ ਕੰਮ। ਕੌਣ ਕੌਣ ਉਹਦੇ ਸ਼ਾਮਲ ਹੋਏ, ਇਹ ਇੱਕ ਇਤਿਹਾਸ ਦਾ ਹਿੱਸਾ ਹੈ। ਸੱਚ ਕੀ ਹੈ ਲੋਕਾਂ ਨੂੰ ਪਤਾ ਹੋਣਾ ਚਾਹੀਦਾ। ਤੇ ਮੈਂ ਸਮਝਦਾ ਵੀ ਸਭ ਤੋਂ ਵੱਡੀ, ਅੱਜ ਵੀ ਅਸੀਂ ਗਲਤੀਆਂ ਕਰਦੇ ਹਾਂ, ਧਾਰਮਿਕ ਭਾਵਨਾਵਾਂ ਨੂੰ ਨਹੀਂ ਭਟਕਾਉਣਾ ਚਾਹੀਦਾ। ਜੋ ਕੁਛ ਬਰਗਾੜੀ 'ਚ ਹੋ ਰਿਹਾ, ਜੋ ਕੁਛ ਇੱਥੇ ਹੋ ਰਿਹਾ, ਕੋਟਕਪੂਰੇ ਦੀ ਘਟਨਾ ਹੋਈ ਹੈ, ਜੋ ਜਵਾਹਰ ਸਿੰਘ ਵਾਲੇ 'ਚ ਹੋਇਆ, ਇਨਸਾਫ ਹੋਣਾ ਚਾਹੀਦਾ, ਨਾ ਉਹ ਕਿ ਸੱਚ ਹੋਣਾ ਚਾਹੀਦਾ। ਮੈਂ ਤਾਂ ਕਹਿੰਦਾ ਵੀ ਸੱਚ ਦਾ ਸੱਚ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ। ਉਹਦੇ ਤੇ ਰਾਜਨੀਤੀ ਨਾ ਕਰੋ। ਧਰਮ ਨੂੰ ਆਪਣੀ ਜਗ੍ਹਾ ਰਹਿਣ ਦਿਓ, ਵਿਕਸਿਤ ਹੋਣ ਦਿਓ, ਵਧਣ ਦਿਓ। ਸਾਰੇ ਧਰਮ ਚੰਗੇ ਆ, ਲੇਕਿਨ ਜਿਹੜਾ ਜੇ ਤੁਸੀਂ ਡੇਰਿਆਂ 'ਚ ਜਾ ਕੇ ਵੋਟਾਂ ਮੰਗਦੇ ਹੋ ਔਰ ਫਿਰ ਤੁਸੀਂ ਜਿਹੜੀ ਹੈ ਉਹਦੇ 'ਚੋਂ ਤੁਸੀਂ ਰਾਜਨੀਤੀ ਕਰਦੇ ਹੋ, ਤੇ ਫਿਰ ਇਹ ਜੋ ਕੁਝ ਪਹਿਲਾਂ ਹੋਇਆ, ਅੱਜ ਹੋ ਰਿਹਾ, ਇਹ ਅੱਗੇ ਨੂੰ ਵੀ ਬੰਦ ਨਹੀਂ ਹੋਣਾ। ਜਿਹੜਾ ਨਾ, ਮੈਂ ਤਾਂ ਇੱਕ ਛੋਟੀ ਜਿਹੀ ਗੱਲ ਆਪ ਜੀ ਦੇ ਐਜ ਸਿੱਖ ਇਤਿਹਾਸਕਾਰ ਗੱਲ, ਥੋੜੀ ਜਿਹੀ ਵਿਆਖਿਆ ਤੁਸੀਂ ਉਸ ਗੱਲ ਦੀ ਨਹੀਂ ਕੀਤੀ। ਮੈਂ ਤੁਹਾਨੂੰ ਉਹਨਾਂ ਦੀ ਸ਼ਖਸੀਅਤ ਬਾਰੇ ਪੁੱਛਿਆ ਸੀ, ਜਿਵੇਂ ਤੁਸੀਂ ਕਿ 80% ਦੇ। ਮੈਂ ਟੋਟੈਲਿਟੀ 'ਚ ਇੱਕ ਟਿੱਪਣੀ ਚਾਹੁੰਦਾ। ਟੋਟੈਲਿਟੀ 'ਚ ਦੇਖੋ, ਇੱਕ ਮੈਂ ਆਪ ਜੀ ਨੂੰ ਉਹੀ ਬੇਨਤੀ ਕੀਤੀ, ਉਹ ਇੱਕ ਅੱਛੇ ਸੰਤ ਸੀ, ਧਰਮ ਦੇ ਵਿੱਚ ਉਹਨਾਂ ਦਾ ਵਿਸ਼ਵਾਸ ਸੀ, ਲੇਕਿਨ ਪੋਲੀਟੀਸ਼ਨਾਂ ਨੇ ਤੇ ਦੂਜੇ ਲੋਕਾਂ ਨੇ ਉਹਨਾਂ ਨੂੰ 20% ਯੂਜ਼ ਕਰ ਗਏ। ਇਸ ਤਰ੍ਹਾਂ ਮੈਂ ਸ਼ਬਦ ਵਰਤਦਾ ਕਿ ਜਦੋਂ ਮੋਰਚਾ ਹੀ ਇਹਨਾਂ ਨੇ ਟੇਕ ਓਵਰ ਕਰ ਲਿਆ 4 ਅਗਸਤ 82 ਨੂੰ। ਮੋਰਚਾ ਤਾਂ ਲਾਇਆ ਸੀ 19 ਜੁਲਾਈ 1982 ਨੂੰ ਭਾਈ ਅਮਰੀਕ ਸਿੰਘ ਤੇ ਠਾਰਾ ਸਿੰਘ ਦੀ ਰਿਹਾਈ ਦਾ, ਜਿਹੜਾ ਸੰਤਾਂ ਦਾ ਓਰੀਜਨਲ ਮੋਰਚਾ। ਇਹਨਾਂ ਦਾ ਮੋਰਚਾ ਲੱਗ ਗਿਆ ਆਨੰਦਪੁਰ ਸਾਹਿਬ ਮਤੇ ਵਾਲਾ, ਕਪੂਰੀ ਦੀਆਂ ਮੰਗਾਂ ਵਾਲਾ। ਉਹ ਇੰਨੀਆਂ ਲੰਬੀਆਂ ਕਹਾਣੀਆਂ ਸੀ। ਜਦੋਂ ਭਾਈ ਅਮਰੀਕ ਸਿੰਘ ਤੇ ਠਾਰਾ ਸਿੰਘ ਬਰੀ ਹੋ ਗਏ ਤੇ ਸੰਤਾਂ ਦਾ ਮੋਰਚਾ ਤਾਂ ਸਰ ਹੋ ਗਿਆ, ਜਿੱਤਿਆ ਗਿਆ, ਉਹ ਉਦੋਂ ਹੀ ਬੰਦ ਹੋ ਜਾਣਾ ਚਾਹੀਦਾ ਸੀ। ਹੁਣ ਅਗਲਾ ਮੋਰਚਾ ਕੀ ਸੀ? ਜਿਹੜੀਆਂ ਪੰਜਾਬੀ ਬੋਲਦਾ ਇਲਾਕਾ ਫਲਾਣਾ, ਇਹ ਜਿਹਦੇ ਨਾਲ ਇਹ ਕੇਂਦਰ ਸਰਕਾਰ ਨਾਲ ਗੱਲਾਂ ਕਰ ਰਹੇ ਸੀ। ਤੇ ਜੇ ਇਹ ਆਪਣਾ ਮੋਰਚਾ ਬੰਦ ਹੀ ਕਰ ਦਿੰਦੇ, ਜੇ ਇਹਨਾਂ ਦੇ ਕਾਬੂ 'ਚ ਨਹੀਂ ਸੀ, ਤੇ ਬਲੂ ਸਟਾਰ ਨਹੀਂ ਸੀ ਹੋਣਾ। ਇਹ ਰਾਜਨੀਤਿਕ ਸਵਾਲ ਤਾਂ ਹੈਗੇ ਨੇ ਨਾ। ਇਹ ਰਾਜਨੀਤਿਕ ਸਵਾਲ ਤੇ 47 ਤੋਂ ਬਾਅਦ ਸਿੱਖਾਂ ਦੇ ਰਹੇ ਨੇ, ਪੰਜਾਬੀਆਂ ਦੇ ਰਹੇ ਨੇ ਕਿ ਕੇਂਦਰ ਸਰਕਾਰ ਦਾ ਰਵੱਈਆ ਠੀਕ ਨਹੀਂ ਰਿਹਾ। ਇਹ ਤਾਂ ਪੋਲੀਟੀਕਲ ਸਵਾਲ ਆ ਨਾ। ਇਹ ਇਕੱਲਾ ਲਾਅ ਐਂਡ ਆਰਡਰ ਦਾ ਮਸਲਾ ਤਾਂ ਨਹੀਂ ਕਿ ਮੋਰਚੇ ਤੋਂ ਉੱਠ ਖੜਦੇ ਫੇਰ ਨਾ ਹੁੰਦਾ ਹੈ। ਨਹੀਂ, ਦੇਖੋ, ਜਿਹੜੇ ਸਿੱਖਾਂ ਦੇ ਮਸਲੇ ਸੀ, ਉਹਨਾਂ ਦੀ ਪ੍ਰਾਪਤੀ ਲਈ ਮੈਂ ਨਹੀਂ ਸਮਝਦਾ ਵੀ ਹਰ ਬੰਦੇ ਦਾ ਇੱਕ ਗੱਲ ਹੈ। ਅਸੀਂ ਇੱਕ ਗੱਲ ਪੀਸਫੁਲ ਪ੍ਰੋਟੈਸਟ ਹੁੰਦਾ ਰਿਹਾ ਉਹਦੇ ਲਈ। ਮੇਰੀ ਦੇਖੋ, ਪੀਸਫੁਲ ਪ੍ਰੋਟੈਸਟ ਬਿਲਕੁਲ ਹੋਇਆ, ਲੇਕਿਨ ਕਦੋਂ ਤੱਕ ਹੋਇਆ? ਜੇ ਤੁਹਾਡਾ 78 ਦੇ ਵਿੱਚ ਜਿਹੜਾ ਤੁਹਾਡਾ ਅਨੰਦਪੁਰ ਸਾਹਿਬ ਦਾ ਮਤਾ ਉਸ ਤੋਂ ਪਹਿਲਾਂ ਵੀ ਪਾਸ ਹੋਇਆ, 77 to 80 ਜਿਹੜੀ ਗੌਰਮੈਂਟ ਬਣੀ, ਉਹਦੇ 'ਚ ਅਕਾਲੀ ਦਲ ਜਾਂ ਜਿਨ੍ਹਾਂ ਨੇ ਇਹ ਮੋਰਚਾ ਲਾਇਆ, ਅਨੰਦਪੁਰ ਸਾਹਿਬ ਦਾ ਮਤਾ ਪਾਸ ਕੀਤਾ, ਉਹ ਕੇਂਦਰ ਦੀ ਸਰਕਾਰ ਦੇ ਮੈਂਬਰ ਸੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਐਗਰੀਕਲਚਰ ਮਿਨਿਸਟਰ ਬਣੇ। ਇਹਨਾਂ ਤੋਂ ਬਾਅਦ ਸਰਦਾਰ ਸੁਰਜੀਤ ਸਿੰਘ ਬਰਨਾਲਾ ਮਿਨਿਸਟਰ ਬਣੇ ਕੇਂਦਰ ਦੇ ਵਿੱਚ। ਤੁਸੀਂ ਇਹ ਕਢਾ ਕੇ ਦੇਖ ਲਓ 3 ਸਾਲਾਂ 'ਚ ਉਹਨਾਂ ਮਤਾਂ ਵਾਸਤੇ ਕੀ ਕੀਤਾ। ਪੰਜਾਬ ਦੇ ਚੀਫ ਮਿਨਿਸਟਰ ਵੀ ਬਾਦਲ ਸਾਹਿਬ ਸੀ। ਜਦੋਂ ਉੱਥੋਂ ਨਿਕਲਦੇ ਆ, ਕੁਰਸੀ ਤੋਂ ਹਟਦੇ ਆ, ਫਿਰ ਪੰਜਾਬ ਦਾ ਮਸਲਾ ਖੜਾ ਹੋ ਜਾਂਦਾ। ਇਹੀ ਉਦੋਂ ਹੋਇਆ 80 ਦੇ ਵਿੱਚ। ਇਹ ਆਊਟ ਆਫ ਪਾਵਰ ਹੋਏ ਤੇ ਇਹਨਾਂ ਨੇ ਇੱਕ ਪੂਰੀ ਮੋਰਚਾ ਲਾਤਾ SYL ਰੋਕਣ ਲਈ। SYL ਤਾਂ ਉਦੋਂ ਵੀ ਕਾਹਲੀ ਕੀਤੀ ਕਾਂਗਰਸ ਨੇ। ਅੱਜ ਕਿਹੜਾ SYL ਬਣ ਗਈ ਆ? SYL ਤਾਂ ਬਣੀ ਨਹੀਂ। ਹਾਂਜੀ, ਕਿਉਂ? ਫਿਰ ਇਹੋ ਜਿਹਾ ਤੁਹਾਨੂੰ ਲੱਗਦਾ ਰਾਜਨੀਤੀ ਕਰਕੇ ਸਭ ਕੁਝ, ਰਾਜਨੀਤੀ ਜਿਹੜੀ ਗਲਤ ਰਾਜਨੀਤੀ, ਡਿਵਾਈਡ ਕਰਨ ਕਾਂਗਰਸ ਦੀ ਵੀ, ਅਕਾਲੀਆਂ ਦੀ ਵੀ, ਸਭ ਪੰਜਾਬ ਦਾ ਬੇੜਾ ਗਰਕ ਕੀਤਾ ਕਿ ਅਸੀਂ 1 ਨੰਬਰ ਦੀ ਸਟੇਟ ਸੀ। 8500 ਕਰੋੜ ਰੁਪਇਆ ਸਾਡੇ ਤੇ ਕਰਜ਼ਾ ਸੀ ਤੇ ਇੰਦਰ ਕੁਮਾਰ ਗੁਜਰਾਲ ਜੀ ਨੇ ਮਾਫ ਕਰ ਦਿੱਤਾ ਅੱਤਵਾਦ ਦੇ ਵੇਲੇ। ਤੇ ਅਸੀਂ ਉਂਗਲਾਂ ਸਾਰੇ ਭੰਗੜਾ ਪਾਉਂਦੇ ਸੀ ਕਿ ਗੁਜਰਾਲ ਸਾਹਿਬ ਇੱਥੇ ਆਏ ਵੀ ਨਹੀਂ, ਅਸੀਂ ਜਲੰਧਰੋਂ MP ਜਿਤਾ ਦਿੱਤੇ। ਇਹ ਨਹੀਂ ਹੈ ਕਿ ਸਿੱਖ ਜਿਹੜੇ ਜਿਹਾਂ ਦਾ ਨਾਰਾ ਮਾਰਿਆ ਕਿਸੇ ਨੇ ਭੁੱਲ ਗਏ। ਲੇਕਿਨ ਉਸ ਤੋਂ ਬਾਅਦ ਅੱਜ 2,73,000 ਕਰੋੜ ਦਾ ਕਰਜ਼ਾ। 1 ਲੱਖ ਹਰ ਪੰਜਾਬੀ ਜਿਹੜਾ ਬੱਚਾ ਪੈਦਾ ਹੁੰਦਾ 10 ਲੱਖ ਦਾ ਕਰਜ਼ਈ ਹੈ। ਉਹਦੇ ਲਈ ਹੁਣ ਕੌਣ ਜ਼ਿੰਮੇਵਾਰ ਹੈ? ਕੌਣ ਖਾ ਗਿਆ ਪੈਸੇ? ਹਾਂਜੀ, 25 ਸਾਲ ਸਰਕਾਰ ਜਿਹੜੀ ਹੈ ਉਹ
ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ 3 ਵਾਰੀ ਇਹ ਰਹਿ ਗਏ ਇਹਨਾਂ ਦਿਨਾਂ ਦੇ ਵਿੱਚ, 2 ਵਾਰੀ ਕੈਪਟਨ ਸਾਹਿਬ ਹੈ। ਤੇ ਮੈਂ ਸਮਝਦਾ ਜਿਹੜਾ ਸਾਡਾ ਖਜ਼ਾਨਾ ਮੰਤਰੀ ਆ ਉਹ ਤਾਂ ਬਹੁਤਾ ਸਮਾਂ ਰਿਹਾ ਹੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਹੈਗੇ ਆ, ਜਿਹੜੇ ਅੱਜ ਵੀ ਆ, ਜਾਂ ਪਰਮਿੰਦਰ ਢੀਂਡਸਾ ਦੇ, ਇਹ ਜਵਾਬ ਦੇਣ ਵੀ ਇਹ 2 ਕਰੋੜ 73 ਲੱਖ ਦਾ ਜਿਹੜਾ ਇਹ ਕਰਜ਼ਾ ਇਹ ਕਿੱਥੋਂ ਚੜ ਗਿਆ ਪੰਜਾਬੀਆਂ ਦੇ ਸਿਰ। ਸੋ ਇਹ ਗੱਲਾਂ ਤਾਂ ਬਹੁਤ ਕੁਝ ਵਿਚਾਰਨ ਵਾਲੀਆਂ ਨੇ, ਲੇਕਿਨ ਜਿੱਥੇ ਤੱਕ ਅਸੀਂ ਸਮਝਦੇ ਇੱਕ ਸੰਤ ਨੂੰ, ਇੱਕ ਸਾਧੂ ਨੂੰ, ਇੱਕ ਧਰਮ ਦੇ ਪ੍ਰਚਾਰ ਨੂੰ, ਧਰਮ ਨੂੰ ਮੰਨਣ ਵਾਲੇ ਨੂੰ ਤੁਸੀਂ ਯੂਜ਼ ਕਰ ਜਾਓ ਔਰ ਇਤਿਹਾਸ ਜਿਹੜਾ ਹੈ ਪੰਜਾਬ ਦਾ ਉਹਨੂੰ ਖੂਨ ਨਾਲ ਲੱਥਪੱਥ ਕਰ ਦਿਓ, ਇਹਦੇ ਪਿੱਛੇ ਕੇਵਲ ਤੇ ਕੇਵਲ ਸੌੜੀ ਤੇ ਮਾੜੀ ਰਾਜਨੀਤੀ ਹੈ। ਧੰਨਵਾਦ ਤੁਹਾਡਾ ਲਾਲਪੁਰਾ ਸਾਹਿਬ। ਇਹ ਨੇ ਇਕਬਾਲ ਸਿੰਘ ਲਾਲਪੁਰਾ, ਜਿਹੜੇ ਲਗਾਤਾਰ ਅੰਮ੍ਰਿਤਸਰ ਰਹੇ ਨੇ ਔਰ ਜਿਨ੍ਹਾਂ ਦਾ ਕਹਿਣਾ ਕਿ ਉਹਨਾਂ ਨੇ ਸੰਤਾਂ ਨੂੰ ਬੜਾ ਨੇੜਿਓਂ ਦੇਖਿਆ ਤੇ ਉਹ ਧਾਰਮਿਕ ਸ਼ਖਸੀਅਤ ਸੀ, ਪਰ ਜਦੋਂ ਹੀ ਰਾਜਨੀਤਿਕ ਤੌਰ ਦੇ ਉੱਤੇ ਘਟਨਾਵਾਂ ਵਾਪਰੀਆਂ ਤਾਂ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਰਾਜਨੀਤਿਕ ਰੋਟੀਆਂ ਸੇਕੀਆਂ।